ਪੰਜਾਬ ਤੇ ਹਰਿਆਣਾ ਦੇ ਕਿਸਾਨ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ ਤੇ ਪਬਲਿਕ ਜੋ ਪ੍ਰਾਪਰਟੀ ਹੈ ਇਹਨੂੰ ਨੁਕਸਾਨ ਕਿਹਨੇ ਪਹੁੰਚਾਇਆ? ਸਰਕਾਰ ਨੇ। ਪਰ ਜਿਹੜੀ ਇਹ ਸਰਕਾਰ ਆ ਇੱਕ ਜ਼ਬਰਦਸਤੀ ਲੋਕਤੰਤਰ ਦੇ ਵਿੱਚ ਕਿ ਸਾਨੂੰ ਯਾਰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਕੋਟਾਂ ਦੀ ਪਰਵਾਹ ਨਹੀਂ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਜੋ ਹੁੰਦਾ ਕਰ ਲਓ। ਜਿਹੜਾ ਪ੍ਰੋਸੀਕਿਊਟ ਮੁਕੱਦਮੇ ਕਰਨੇ ਬਣਦੇ ਆ ਨਾ, ਮੁਕੱਦਮੇ ਹਰਿਆਣਾ ਦੀ ਸਰਕਾਰ ਦੇ ਖੱਟਰ ਸਰਕਾਰ ਦੇ ਖਿਲਾਫ ਕਰਨੇ ਬਣਦੇ, ਮੁਕੱਦਮੇ ਕਿਸਾਨਾਂ ਦੇ ਖਿਲਾਫ ਨਹੀਂ ਕਰਨੇ ਬਣਦੇ। ਡੈਮੋਕ੍ਰੈਟਿਕ ਵੇ ਨੂੰ ਬੈਕਡੋਰ ਤੋਂ ਜਿਹੜੀ ਬਿੱਲਾਂ ਦੀ ਐਂਟਰੀ ਕੀਤੀ ਜਾ ਰਹੀ ਹੈ ਤੇ ਬੈਕਡੋਰ ਤੋਂ ਐਂਟਰੀ ਕਰਕੇ ਉਹਨੂੰ ਪਾਸ ਕੀਤਾ ਜਾ ਰਿਹਾ। ਪ੍ਰੈਜ਼ੀਡੈਂਟ ਦੀ ਪਾਵਰ ਨੂੰ ਇਸ ਤਰ੍ਹਾਂ ਵਰਤਿਆ ਜਾ ਰਿਹਾ ਜਿਵੇਂ ਕੋਈ ਪ੍ਰੈਜ਼ੀਡੈਂਟ ਜਿਹੜਾ ਹੈ ਕਾਨੂੰਨ ਬਣਾਉਣ ਦੀ ਸੰਸਥਾ। ਕਿਸਾਨ ਦੀ ਕੀਮਤ ਦੀ ਜੋ ਕਹਿ ਵੀ ਦੇਣ ਕਿ ਅਸੀਂ ਇਹ ਕੀਮਤ ਚੱਕ ਲਈ ਹੈ, ਜਿਹੜੀਆਂ ਚਾਰ ਚੀਜ਼ਾਂ ਉਹਨਾਂ ਨੇ ਰੱਖ ਲਈਆਂ ਵਿੱਚ, ਜਿਹਦੇ ਅੰਦਰ ਸਟੈਂਡਰਡ, ਕੁਆਲਿਟੀ, ਗ੍ਰੇਡ ਤੇ ਫੀਚਰਸ, ਉਹਨਾਂ ਦੇ ਆਧਾਰ ਤੇ ਉਹ ਕਹਿਣਗੇ ਵੀ ਤੁਹਾਡੀ ਇਹ ਸਟੈਂਡਰਡ ਦੀ ਨਹੀਂ ਹੈ, ਤੁਹਾਡਾ ਗ੍ਰੇਡ ਨਹੀਂ ਇਹਦਾ ਠੀਕ, ਤੁਹਾਡੀ ਇਹਦੀ ਕੁਆਲਿਟੀ ਨਹੀਂ ਠੀਕ ਹੈ ਤੇ ਤੁਹਾਡੇ ਦੇ ਮਤਲਬ ਫਸਲ ਹੈ ਜਿਹੜੀ ਉਹਦੇ ਫੀਚਰ ਨਹੀਂ। ਉਸ ਆਧਾਰ ਤੇ ਉਹ ਕਹਿਣਗੇ ਜੇ ਕੀਮਤ 1800 ਤੱਕ ਦੇਣੀ ਸੀ ਤਾਂ ਅਸੀਂ ਤਾਂ ਤੁਹਾਨੂੰ 1300 ਕਹਿਣਗੇ ਇਸ 'ਚ ਨਵੀਂ ਵੱਧ ਹੈ, ਇਸ 'ਚ ਨਵੀਂ ਘੱਟ ਹੈ, ਯਾਨੀ ਕਿ ਉਹ ਦਾਣਾ ਵੀ ਮਿਣ ਕੇ ਲੈਣਗੇ। ਦਾਣੇ ਦੇ ਪਾਰਟੀਕੂਲਰ ਉਹਨਾਂ ਨੇ ਜਿਹੜਾ ਫੀਚਰ ਵਰਡ ਯੂਜ਼ ਕੀਤਾ ਨਾ, ਫੀਚਰ ਵਰਡ ਦਾ ਮਤਲਬ ਹੀ ਜਿਹੜੇ ਹੈ ਨਾ ਇਹ ਹੁੰਦਾ ਹੈ, ਉਹਦੇ 'ਚ ਕੁਝ ਵੀ ਕਹਿ ਸਕਦੇ ਆ ਵੀ ਇਹ ਲੰਬਾ ਦਾਣਾ, ਇਹਦਾ ਮਤਲਬ ਜਿਹੜਾ ਹੈ ਰੰਗ ਨਹੀਂ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਚਾਹੀਦਾ ਸੀ, ਇਹਦੇ ਕੰਨ ਨਹੀਂ ਠੀਕ, ਇਹਦਾ ਨੱਕ ਨਹੀਂ ਠੀਕ, ਇਹਦਾ ਮੂੰਹ ਨਹੀਂ ਠੀਕ, ਕੁਝ ਵੀ ਕਹਿ ਸਕਦੇ ਉਸ ਦਾਣੇ ਦਾ। ਕਾਰਪੋਰੇਟ ਵਰਡ ਨੇ ਇਸ ਬਿੱਲ ਨੂੰ ਇਸ ਤਰ੍ਹਾਂ ਲੱਗਦਾ ਜੇ ਤੁਸੀਂ ਉਹਨੂੰ ਪੜ੍ਹਦੇ ਹੋ ਬਰੀਕੀ ਨਾਲ ਵੀ ਡਰਾਫਟ ਕਾਰਪੋਰੇਟ ਵਰਡ ਨੇ ਕੀਤਾ, ਡਰਾਫਟ ਕਰਕੇ ਪ੍ਰੈਜ਼ੀਡੈਂਟ ਤੋਂ ਮੋਹਰ ਲਵਾਈ ਤੇ ਪਾਰਲੀਮੈਂਟ ਤੋਂ ਮੋਹਰ ਲਵਾਈ। ਉਹ ਸਾਰੇ ਇਹਨਾਂ ਦੇ ਤਾਂ ਐਕਸਪਰਟ ਕਿਤੇ ਨਜ਼ਰ ਨਹੀਂ ਆਉਂਦੇ। ਜੇ ਇਹ ਮੋਹਰ ਪਾਰਲੀਮੈਂਟ ਨੇ ਕਰਨਾ ਹੁੰਦਾ ਤਾਂ ਮਤਲਬ ਬੜੀ ਵੀ ਇੱਕ ਸ਼ਬਦ ਵੀ ਪਾਰਲੀਮੈਂਟ ਉਹਦੇ 'ਚ ਬਦਲ ਨਹੀਂ ਸਕੀ, ਇੰਨੀ ਬੌਨੀ ਹੈ ਸਾਡੀ ਪਾਰਲੀਮੈਂਟ। ਜੇਕਰ ਆੜਤੀ ਤੇ ਕਿਸਾਨ ਦੇ ਵਿਚਕਾਰ ਕੋਈ ਵਿਵਾਦ ਪੈਦਾ ਹੋ ਜਾਂਦਾ ਤਾਂ ਕਿਸਾਨ ਕੋਰਟ ਚਲਾ ਜਾਂਦਾ ਸੀ, ਉੱਥੋਂ ਕਿਤੇ ਨਾ ਕਿਤੇ ਉਹਨੂੰ ਰਾਹਤ ਮਿਲ ਜਾਂਦੀ ਸੀ। ਹੁਣ ਕਰਤਾ ਕਿ ਤੁਸੀਂ ਯਾਰ ਕੋਰਟ ਨਹੀਂ ਜਾ ਸਕਦੇ, ਤੁਸੀਂ ਐਸਡੀਐਮ ਦੀ ਸ਼ਿਕਾਇਤ ਕਰੋ। ਹੁਣ ਇਹਦੇ 'ਚ ਕੁਐਸਚਨ ਇਹ ਹੈ ਵੀ ਦੋ ਧਿਰਾਂ ਖੜੀਆਂ ਬਰਾਬਰ ਦੀਆਂ ਨਹੀਂ ਹੈ। ਇੱਕ ਪਾਸੇ ਕਿਸਾਨ ਹੈ, ਦੂਜੇ ਪਾਸੇ ਕਾਰਪੋਰੇਟ ਹੈ। ਹੁਣ ਤੁਸੀਂ ਸਹਿਜ ਅੰਦਾਜ਼ਾ ਲਾ ਸਕਦੇ ਹੋ ਵੀ ਕਾਰਪੋਰੇਟ ਦੇ ਹੱਕ 'ਚ ਫੈਸਲੇ ਹੋਣੇ। 26 ਨਵੰਬਰ ਨੂੰ ਸੰਵਿਧਾਨ ਦਿਵਸ ਸੀ ਤੇ ਸੰਵਿਧਾਨ ਆਗਿਆ ਦਿੰਦਾ ਕਿ ਦੇਸ਼ ਵਾਸੀ ਸੰਘਰਸ਼ ਕਰ ਰਹੇ ਨੇ, ਪ੍ਰੋਟੈਸਟ ਕਰ ਸਕਦੇ ਨੇ। ਹਰਿਆਣਾ ਦੀ ਸਰਕਾਰ ਨੇ ਟੋਏ ਪੁੱਟ ਤੇ, ਉਹ ਨੈਸ਼ਨਲ ਹਾਈਵੇ 20 ਫੁੱਟ ਉਹਨਾਂ ਨੇ ਟੋਏ ਪੁੱਟ ਤੇ। ਕੀ ਸਰਕਾਰਾਂ ਕੋਲ ਅਧਿਕਾਰ ਸੀ? ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ ਇਹ ਮਸਲਾ, ਹਾਈ ਕੋਰਟ ਵੀ ਚਲਾ ਗਿਆ ਆਪਣਾ ਹਰਿਆਣਾ ਸਰਕਾਰ ਦੇ ਵਿਰੁੱਧ ਕਿ ਉਹਨਾਂ ਨੂੰ ਕੀ ਅਧਿਕਾਰ ਸੀ ਉਹ ਸੜਕਾਂ ਪੁੱਟਦੇ ਨੇ। ਸਟੇਟ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਕੋਈ ਰਾਈਟ ਨਹੀਂ ਹੈ ਕਿ ਉਹ ਉਹਨਾਂ ਨੂੰ ਜਾ ਕੇ ਇੱਕ ਸੜਕ ਤੇ ਬੈਰੀਕੇਡ ਲਾਵੇ। ਮਤਲਬ ਕਿਹਨੇ ਉਹਨੂੰ ਆਰਡਰ ਕੀਤਾ? ਬੇਸਿਕ ਕੁਐਸਚਨ ਵੀ ਕਿ ਉਹਨੂੰ ਸੈਂਟਰ ਦੀ ਸਰਕਾਰ ਨੇ ਕਿਹਾ ਤੂੰ ਇਸ ਤਰ੍ਹਾਂ ਦਾ ਆਰਡਰ ਲਾ ਲੈ। ਹਰਿਆਣਾ ਸਰਕਾਰ ਇਹ ਦੱਸੇ ਕਿ ਉਹਨਾਂ ਨੇ ਕਿਸਾਨਾਂ ਨੂੰ ਰੋਕਣ ਦੀ ਆਪ ਕੋਸ਼ਿਸ਼ ਕੀਤੀ ਜਾਂ ਸੈਂਟਰ ਦੀ ਸਰਕਾਰ ਨੇ ਕਿਹਾ ਵੀ ਤੁਸੀਂ ਕਿਸਾਨ ਵੜਨ ਨਹੀਂ ਦੇਣੇ ਹਰਿਆਣਾ। ਇਹ ਸੈਂਟਰ ਦੀ ਸਰਕਾਰ ਨੇ ਕਿਹਾ ਹੈ ਕਿਉਂਕਿ ਇਹ ਫੈਸਲੇ ਜ਼ਬਾਨੀ ਨਹੀਂ ਹੁੰਦੇ ਵੀ ਉਹਦੇ ਕੋਲ ਕੋਈ ਐਸਾ ਸੈਂਟਰ ਦੀ ਸਰਕਾਰ ਦਾ ਆਰਡਰ ਹੈ ਕਿ ਇੱਥੇ ਦਿੱਲੀ ਦੇ ਅੰਦਰ ਇਸ ਤਰ੍ਹਾਂ ਦਾ ਖਤਰਾ ਪੈਦਾ ਹੋ ਜਾਊਗਾ, ਤੁਸੀਂ ਉਹਨਾਂ ਨੂੰ ਪਿੱਛੇ ਰੋਕੋ। ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਵੀ ਇਹ ਅਲਟੀਮੇਟਲੀ ਸਰਕਾਰ ਨੂੰ ਗੋਡੇ ਟੇਕਣੇ ਪੈਣੇ ਤੇ ਬਿੱਲ ਵਾਪਸ ਹੋਣਗੇ ਤੇ ਕਿਸਾਨ ਜੇਤੂ ਹੋ ਕੇ ਦੂਜੇ। ਸਤਿ ਸ਼੍ਰੀ ਅਕਾਲ ਦਰਸ਼ਕੋ, ਪੰਜਾਬੀ ਡਾਕ ਤੇ ਮੈਂ ਗੁਰਜਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ। ਕੇਂਦਰ ਦੀ ਹਕੂਮਤ ਨੇ, ਕੇਂਦਰ ਦੀ ਬੀਜੇਪੀ ਸਰਕਾਰ ਨੇ ਜੋ 3 ਖੇਤੀ ਕਾਨੂੰਨ ਲੈ ਕੇ ਆਈ ਸੀ। ਇੱਕ ਤਾਂ ਪੰਜਾਬ ਦੇ ਉੱਤੇ ਧੱਕੇ ਨਾਲ ਥੋਪੇ ਗਏ ਕਾਨੂੰਨ ਨੇ, ਪੰਜਾਬ ਦੇ ਕੀ ਭਾਰਤ ਦੇ ਕਿਸਾਨਾਂ ਉੱਤੇ ਧੱਕੇ ਨਾਲ ਥੋਪੇ ਗਏ ਕਾਨੂੰਨ ਨੇ। ਜਦੋਂ ਫਿਰ ਪੰਜਾਬ, ਹਰਿਆਣਾ ਤੇ ਅਲੱਗ-ਅਲੱਗ ਸੂਬਿਆਂ ਦੇ ਕਿਸਾਨ ਇਹਦਾ ਵਿਰੋਧ ਕਰ ਰਹੇ ਨੇ ਤਾਂ ਸਰਕਾਰਾਂ ਵਿਰੋਧ ਵੀ ਨਹੀਂ ਕਰਨ ਦਿੰਦੀਆਂ। ਪੰਜਾਬ ਦੇ ਵਿੱਚੋਂ ਕਿਸਾਨਾਂ ਨੇ ਕਿਹਾ ਕਿ 26-27 ਨਵੰਬਰ ਨੂੰ ਜਾ ਕੇ ਅਸੀਂ ਦਿੱਲੀ ਦਾ ਘਿਰਾਓ ਕਰਾਂਗੇ। ਉੱਤੋਂ ਹਰਿਆਣਾ ਦੇ ਵਿੱਚ ਜੋ ਬੀਜੇਪੀ ਦੀ ਸਰਕਾਰ ਹੈ, ਮਨੋਹਰ ਲਾਲ ਖੱਟਰ ਜੀ ਦੇ ਆਪਣਾ ਮੁੱਖ ਮੰਤਰੀ ਨੇ, ਉਹਨਾਂ ਨੇ ਡਿੱਕੇ ਬੜੇ ਡਾਏ ਪੰਜਾਬ ਤੋਂ। ਜਦੋਂ ਕਿਸਾਨ ਚੱਲੇ ਸ਼ੰਭੂ ਬਾਰਡਰ 'ਤੇ ਹੀ ਪਹਿਲਾਂ ਤਾਂ ਬੜਾ ਵੱਡਾ ਨਾਕਾ ਲਾਇਆ ਗਿਆ ਸੀ, ਉਸ ਤੋਂ ਬਾਅਦ ਫਿਰ ਪਾਣੀਪਤ, ਸੋਨੀਪਤ, ਉਸ ਤੋਂ ਫਿਰ ਬਾਅਦ ਦਿੱਲੀ ਦੇ ਬਾਰਡਰ ਦੇ ਉੱਤੇ ਰੋਕਿਆ ਗਿਆ। ਇੱਕ ਪਾਸੇ ਤਾਂ ਹਕੂਮਤਾਂ ਜ਼ੋਰ ਕਰਦੀਆਂ ਨੇ ਲੋਕਾਂ ਦੇ ਉੱਤੇ, ਦੂਜੇ ਪਾਸੇ ਜਦੋਂ ਵਿਰੋਧ ਕਰਦੇ ਨੇ ਲੋਕ ਤਾਂ ਵਿਰੋਧ ਵੀ ਨਹੀਂ ਕਰਨ ਦਿੰਦੇ।
ਉਦੋਂ ਵੀ ਕੁੱਟਦੇ ਨੇ। ਤੁਸੀਂ ਲਗਾਤਾਰ ਸਾਡੇ ਚੈਨਲ ਤੇ ਕਵਰੇਜ ਦੇਖ ਰਹੇ ਹੋ ਕਿਸਾਨਾਂ ਦੀ। ਜਦੋਂ ਤੋਂ ਇਹ 5 ਜੂਨ ਨੂੰ ਆਰਡੀਨੈਂਸ ਆਏ ਸੀ ਉਦੋਂ ਤੋਂ ਲਗਾਤਾਰ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਕਿ ਹੁਣ ਕੀ ਸਥਿਤੀ ਹੈ, ਅੱਗੇ ਕੀ ਹਾਲਾਤ ਬਣ ਸਕਦੇ ਨੇ। ਤਾਂ ਹੁਣ ਅੱਜ ਕਿਸਾਨ 5 ਜੂਨ ਤੋਂ ਬਾਅਦ ਦਿੱਲੀ ਨੂੰ ਘੇਰ ਕੇ ਬੈਠੇ ਨੇ। ਬੀਜੇਪੀ ਸਰਕਾਰ 2 ਵਾਰ ਗੱਲਬਾਤ ਦਾ ਸੱਦਾ ਦੇ ਚੁੱਕੀ ਹੈ, ਦੋਨੋਂ ਵਾਰ ਉਹ ਗੱਲਬਾਤ ਬੇਸਿੱਟਾ ਰਹੀ, ਗੱਲਬਾਤ ਕਿਸੇ ਪਾਸੇ ਨਾ ਲੱਗੀ। ਇੱਕ ਵਾਰ ਖੇਤੀ ਸਕੱਤਰ ਨਾਲ ਸੰਜੇ ਅਗਰਵਾਲ ਨਾਲ ਮੀਟਿੰਗ ਸੀ, ਕਿਸਾਨਾਂ ਨੇ ਬਾਈਕਾਟ ਕਰ ਦਿੱਤਾ ਉਸ ਮੀਟਿੰਗ ਦਾ। ਕਿਸਾਨਾਂ ਦਾ ਕਹਿਣਾ ਕਿ ਸਾਡੀ ਬੇਇੱਜ਼ਤੀ ਕੀਤੀ ਗਈ, ਕਿ ਸਾਡੇ ਨਾਲ ਸਰਕਾਰ ਦਾ ਕੋਈ ਨੁਮਾਇੰਦਾ, ਐਡੇ ਐਡੇ ਮੰਤਰੀ ਡਾਰਾਂ ਫਿਰਦੀਆਂ ਨੇ, ਇਹਨਾਂ 'ਚੋਂ ਗੱਲ ਕਰਨੀ ਸਾਡੇ ਨਾਲ ਨਹੀਂ ਕੋਈ ਆ ਸਕਦਾ। 13 ਨਵੰਬਰ ਨੂੰ ਫਿਰ ਮੀਟਿੰਗ ਹੁੰਦੀ ਹੈ, ਉਹ ਮੀਟਿੰਗ ਬੇਸਿੱਟਾ ਰਹਿੰਦੀ ਹੈ। ਉਸ ਤੋਂ ਬਾਅਦ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰ ਲਈ ਅਤੇ ਕੇਂਦਰ ਸਰਕਾਰ ਹੁਣ ਕਹਿੰਦੀ ਹੈ ਸਾਡੇ ਨਾਲ ਆ ਕੇ ਗੱਲਬਾਤ ਕਰ ਲਓ, 3 ਦਸੰਬਰ ਨੂੰ ਗੱਲਬਾਤ ਕਰ ਲਓ। ਜਦੋਂ ਕਿਸਾਨ ਦਿੱਲੀ 'ਚ ਨੇ, ਕਿਸਾਨਾਂ ਦੇ ਲੀਡਰ ਦਿੱਲੀ 'ਚ ਨੇ, ਤਾਂ ਫਿਰ 3 ਦਸੰਬਰ ਨੂੰ ਗੱਲਬਾਤ ਕਾਹਦੀ? ਤੁਸੀਂ ਆਓ ਹੁਣੇ ਉਹਨਾਂ ਨਾਲ ਗੱਲਬਾਤ ਕਰੋ। ਖੈਰ ਹੁਣ ਕਿਤੇ ਨਾ ਕਿਤੇ ਬੀਜੇਪੀ ਦਾ ਨਰਮ ਰੁੱਖ ਰੱਖਦਾ ਗੱਲਬਾਤ ਕਰਨ ਲਈ, ਆਰਡੀਨੈਂਸਾਂ ਲੈ ਕੇ ਨਹੀਂ, ਉਹ ਤਾਂ ਹੁਣ ਵੀ ਬਿਆਨ ਦੇ ਚੁੱਕੇ ਨੇ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਦੇ। ਇਸੇ ਮਸਲੇ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਪਟਿਆਲਾ ਤੋਂ ਉੱਘੇ ਵਕੀਲ ਨੇ ਜੋਗਿੰਦਰ ਸਿੰਘ, ਇਹਨਾਂ ਦਾ ਸਵਾਗਤ ਕਰਦੇ ਹਾਂ। ਵਕੀਲ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ। ਥੈਂਕ ਯੂ, ਧੰਨਵਾਦ ਜੀ ਤੁਹਾਡਾ, ਤੁਸੀਂ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਸਾਡੀ ਗੱਲ ਜਿਹੜੀ ਹੈ ਕਿਸਾਨਾਂ ਦੀ ਗੱਲ ਕਰ ਰਹੇ ਹੋ, ਅਤੇ ਕਿਸਾਨਾਂ ਦੀ ਗੱਲ ਕਰਨ ਲਈ ਉਹ ਕਿਸਾਨਾਂ ਦੇ ਜਿਹੜੇ ਐਜੀਟੇਸ਼ਨ ਹੈ ਉਹਦੇ ਸੰਬੰਧ 'ਚ ਜਦੋਂ ਮੇਰੇ ਕੋਲ ਆਏ ਹੋ ਤਾਂ ਮੈਂ ਤੁਹਾਡਾ ਥੈਂਕਸ ਕਰਦਾ, ਧੰਨਵਾਦ ਕਰਦਾ। ਤੁਸੀਂ ਇਸ ਪੂਰੇ ਮਸਲੇ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਵਕੀਲ ਹੋ, ਤੁਸੀਂ ਕਾਨੂੰਨੀ ਅੱਖ ਨਾਲ ਇਸ ਮਸਲੇ ਦੀ ਪਕੜ ਕਰਦੇ ਹੋ। ਪਹਿਲਾਂ ਤਾਂ ਤੁਸੀਂ ਆਪਣਾ ਸਾਨੂੰ ਪੁਆਇੰਟ ਆਫ ਵਿਊ ਦੱਸੋ ਕਿ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਹੋ। ਜਿੱਥੋਂ ਤੱਕ ਵਕੀਲਾਂ ਦਾ ਸਵਾਲ ਹੈ, ਇਹ ਮਸਲਾ ਇੱਕ ਇਸ ਤਰ੍ਹਾਂ ਦਾ ਮਸਲਾ ਹੈ ਕਿ ਖੇਤੀ, ਜੇ ਤੁਸੀਂ ਖੇਤੀ ਨੂੰ ਲਓਗੇ, ਕੁੱਲ ਮਿਲਾ ਕੇ ਖੇਤੀ ਕਰਦਿਆਂ ਮਨੁੱਖ ਨੂੰ ਜਿਹੜਾ ਖੇਤੀ ਦਾ ਇਤਿਹਾਸ ਹੈ, ਜਿਹੜਾ ਮਿਲਦਾ ਹੈ, ਜਿਹੜੇ ਰਿਸਰਚਰ ਲੱਗੇ ਹੋਏ ਹੈ, ਉਹ 12,000 ਸਾਲ ਦਾ ਹੈ। 10,000 ਸਾਲ ਕਹਿੰਦੇ ਆ, 12,000 ਸਾਲ ਕਹਿੰਦੇ ਆ। ਲੇਟੈਸਟ ਜਿਹੜੀ ਰਿਸਰਚ ਆਈ ਹੈ ਇਹਦੇ 'ਤੇ 4 ਯੂਨੀਵਰਸਿਟੀਆਂ ਨੇ ਰਲ ਕੇ ਮਿਲੀ ਕੀਤੀ ਹੈ, ਜਿਹਦੇ 'ਚ ਹਾਰਵਰਡ ਯੂਨੀਵਰਸਿਟੀ ਵੀ ਹੈ। ਉਹਨਾਂ ਨੇ ਕਿਹਾ 23,000 ਸਾਲ ਪਹਿਲਾਂ ਵੀ ਪਲਾਂਟੇਸ਼ਨ ਜਿਹੜੀ ਸ਼ੁਰੂ ਹੋ ਗਈ ਸੀ। ਤਾਂ ਜੇ ਤੁਸੀਂ ਮੰਨ ਲਈਏ ਜਾਂ ਅਸੀਂ ਜਿਹੜੀ ਰਿਸਰਚ ਹੋਈ ਹੈ ਤਾਂ 12,000 ਸਾਲ ਦਾ, ਤਾਂ 12,000 ਦੇ ਸਾਲ ਦੇ ਮਾਮਲੇ ਤੋਂ ਇੱਕ 12,000 ਦੇ ਸਾਲ ਦੇ ਸਟੈਪ ਬਾਈ ਸਟੈਪ ਪ੍ਰੋਸੈਸ 'ਚ ਇਸ ਨੂੰ ਡਿਵੈਲਪ ਕਰਦੇ ਆ ਰਹੇ ਹੈ ਸਾਰੀ ਦੁਨੀਆ ਦੇ ਕਿਸਾਨ। ਇੱਕ ਮਤਲਬ ਅਰਜੈਂਟ ਪਤਾ ਨਹੀਂ ਕਿਹੜੀ ਸਿਚੁਏਸ਼ਨ ਐਸੀ ਪੈਦਾ ਹੋਈ 5 ਜੂਨ ਦੀ ਰਾਤ ਨੂੰ, 4 ਜੂਨ ਦੀ ਰਾਤ ਨੂੰ, ਵੀ ਪ੍ਰੈਜ਼ੀਡੈਂਟ ਦੇ ਮਨ 'ਚ ਆ ਗਿਆ 12,000 ਸਾਲ ਦਾ ਉਹ ਮਨੁੱਖ ਜਿਹੜਾ ਕੰਮ ਕਰਦਾ ਆ ਰਿਹਾ ਉਸ ਨੂੰ ਯੂ ਟਰਨ ਦੇਤੀ ਇੱਕਦਮ। ਕੋਈ ਐਸੀ ਐਮਰਜੈਂਸੀ ਨਹੀਂ ਸੀ, ਕਿਉਂਕਿ ਪ੍ਰੈਜ਼ੀਡੈਂਟ ਦੀ ਪਾਵਰ ਜਿਹੜੀ ਹੈ ਉਹਦੇ ਅੰਦਰ ਹੈ ਕਿ ਉਹ ਆਰਡੀਨੈਂਸ ਕਰ ਸਕਦਾ ਹੈ। ਕਿ ਕਿਹੜੀ ਸਿਚੁਏਸ਼ਨ 'ਚ ਕਰ ਸਕਦਾ ਆਰਡੀਨੈਂਸ ਕਰ ਸਕਦਾ ਉਹ ਜਦੋਂ ਪ੍ਰੈਜ਼ੀਡੈਂਟ ਸੋਚਦਾ ਕਿ ਇਸ ਤਰ੍ਹਾਂ ਦੀ ਐਮਰਜੈਂਟ ਕੋਈ ਸਿਚੁਏਸ਼ਨ ਪੈਦਾ ਹੋ ਗਈ ਅਤੇ ਦੇਸ਼ ਦੇ ਵਿੱਚ ਐਮਰਜੈਂਸੀ ਹਾਲਾਤ ਹੋਣ, ਜਿਹਦੇ 'ਚ ਪਾਰਲੀਮੈਂਟ ਇਨ ਸੈਸ਼ਨ ਨਹੀਂ ਹੈ। ਅਸਲ 'ਚ ਉਹਨੂੰ ਪਾਰਲੀਮੈਂਟ ਨੂੰ ਜਦੋਂ ਇਨ ਸੈਸ਼ਨ ਆ ਨਾ, ਉਹਨੂੰ ਰਿਸੈਸ ਕਹਿੰਦੇ ਆ ਪਾਰਲੀਮੈਂਟ ਦਾ ਸਮਾਂ। ਪਾਰਲੀਮੈਂਟ ਦੇ ਉੱਠਣ ਦਾ ਅਤੇ ਪਾਰਲੀਮੈਂਟ ਦੇ ਬੈਠਣ ਦੇ ਸਮੇਂ ਨੂੰ ਜਿਹੜਾ ਜੁਡੀਸ਼ੀਅਲ ਪ੍ਰੋਨਾਉਂਸਮੈਂਟਸ ਹੈ, ਜਿਹੜੇ ਕੋਰਟਾਂ ਨੇ ਜਿਹੜਾ ਕਿਹਾ, ਉਹਨੂੰ ਰਿਸੈਸ ਦਾ ਸਮਾਂ ਕਿਹਾ। ਕਿ ਰਿਸੈਸ ਦੇ ਸਮੇਂ ਦੇ ਅੰਦਰ ਪ੍ਰੈਜ਼ੀਡੈਂਟ ਦੇ ਮਨ 'ਚ ਆ ਗਿਆ ਕਿ ਇਸ ਨੂੰ ਯੂ ਟਰਨ ਦਿੱਤੀ ਜਾਵੇ। ਸਾਰੇ ਖੇਤੀ ਦੇ ਸੁਧਾਰ, ਜਿਹੜਾ ਖੇਤੀ ਦਾ ਸਿਸਟਮ ਚੱਲਿਆ ਆ ਰਿਹਾ, ਉਸ ਨੂੰ ਇੱਕ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ, ਜਿਹਦੇ ਕੋਲ ਲੈਜਿਸਲੇਟਿਵ ਪਾਵਰ ਹੈ ਨਹੀਂ, ਸਿਰਫ ਆਰਡੀਨੈਂਸ ਕਰ ਸਕਦਾ ਉਹ, ਉਸ ਲੈਜਿਸਲੇਟਿਵ ਪਾਵਰ ਨੂੰ 5 ਜੂਨ ਨੂੰ ਜਿਹੜਾ ਹੈ ਉਸਨੇ ਆਰਡੀਨੈਂਸ ਕਰਤਾ। 5 ਜੂਨ ਦੇ ਆਰਡੀਨੈਂਸ ਤੋਂ ਬਾਅਦ ਉਹੀ ਆਰਡੀਨੈਂਸ ਐਜ਼ ਇਟ ਇਜ਼, ਅਨਫਾਰਚੂਨੇਟ ਪਾਰਟ ਇਹ ਹੈ ਇਹਦਾ ਵੀ ਹਿੰਦੁਸਤਾਨ ਦੀ ਲੋਕ ਸਭਾ ਦੇ 543 ਮੈਂਬਰ ਹੈ ਅਤੇ ਮੰਤਰੀ ਹੈ ਉਹਦੇ ਅੰਦਰ, ਐਜ਼ ਇਟ ਇਜ਼ ਹੀ ਉਹ ਬਿੱਲ ਪੇਸ਼ ਕਰਤਾ, ਬਿਨਾਂ ਇੱਕ ਸ਼ਬਦ ਵੀ ਘਟਾਇਆ, ਉਹਦੇ 'ਚ ਵਧਾਇਆ। ਉਸੇ ਤਰ੍ਹਾਂ ਉਹ ਐਕਟ ਪਾਸ ਕਰਤਾ ਵੀ ਜਿਹੜਾ ਸੁਪਨਾ ਇੱਕ ਪ੍ਰੈਜ਼ੀਡੈਂਟ ਨੂੰ ਆਇਆ ਸੀ 4 ਜੂਨ ਦੀ ਰਾਤ ਨੂੰ, ਉਹੀ ਉਸੇ ਜੂਨ ਦੀ ਰਾਤ ਤੋਂ ਉਸ ਨੂੰ ਐਕਟ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਤਾ। ਇਹਦਾ ਮਤਲਬ ਪਾਰਲੀਮੈਂਟ ਜਿਹੜੀ ਹੈ ਬੌਨੀ ਹੋ ਗਈ ਹੈ। 3 ਐਕਟ ਪਾਸ ਕੀਤੇ, ਤਿੰਨਾਂ ਦਾ ਇਹੀ ਕੀਤਾ ਉਹਨਾਂ ਨੇ। ਚੌਥਾ ਸਟਬਲ ਬਰਨਿੰਗ ਬਾਰੇ ਜਿਹੜਾ ਆਰਡੀਨੈਂਸ ਕੀਤਾ ਹੈ, ਦਿੱਲੀ ਦੇ ਅੰਦਰ ਵੀ ਦਿੱਲੀ ਨੂੰ ਪੋਲਿਊਸ਼ਨ ਤੋਂ ਬਚਾਉਣਾ, ਉਹਦੇ 'ਚ ਵੀ ਉਹ ਅਜੇ ਆਰਡੀਨੈਂਸ ਹੈ ਉਹ ਵਿੱਚ ਪਿਆ, ਉਹਦਾ ਵੀ ਇਹੀ ਕਰਨਗੇ ਉਹ ਜਦੋਂ ਪਾਰਲੀਮੈਂਟ ਦਾ ਸੈਸ਼ਨ ਬੈਠ ਗਿਆ। ਤਾਂ ਮਤਲਬ ਇੱਕ ਡੈਮੋਕ੍ਰੇਸੀ ਜਿਹੜੀ ਹੈ ਉਹਦੇ 'ਤੇ ਇੱਕ ਬਹੁਤ ਵੱਡਾ ਅਟੈਕ ਹੈ। ਡੈਮੋਕ੍ਰੇਟਿਕ ਵੇ ਨੂੰ ਬੈਕਡੋਰ ਤੋਂ ਜਿਹੜੀ ਬਿੱਲਾਂ ਦੀ ਐਂਟਰੀ ਕੀਤੀ ਜਾ ਰਹੀ ਹੈ ਅਤੇ ਬੈਕਡੋਰ ਤੋਂ ਐਂਟਰੀ ਕਰਕੇ ਉਹਨੂੰ ਪਾਸ ਕੀਤਾ ਜਾ ਰਿਹਾ। ਪ੍ਰੈਜ਼ੀਡੈਂਟ ਦੀ ਪਾਵਰ ਨੂੰ ਇਸ ਤਰ੍ਹਾਂ ਵਰਤਿਆ ਜਾ ਰਿਹਾ ਜਿਵੇਂ ਕੋਈ ਪ੍ਰੈਜ਼ੀਡੈਂਟ ਜਿਹੜਾ ਹੈ ਕਾਨੂੰਨ ਬਣਾਉਣ ਦੀ ਸੰਸਥਾ ਹੋਵੇ। ਇਸ ਕਰਕੇ ਪਹਿਲਾ ਇਹਦਾ ਪਾਰਟ ਹੈ। ਦੂਜਾ 3 ਹੈ ਇਹ ਐਕਟ। ਪਹਿਲਾ ਐਕਟ ਜਿਹਨੂੰ ਕਹੋਗੇ ਤੁਸੀਂ ਖੇਤੀ ਕੰਟਰੈਕਟ ਫਾਰਮਿੰਗ 'ਤੇ ਹੈ। ਖੇਤੀ ਦੀ ਜਿਹੜਾ ਐਗਰੀਮੈਂਟ ਹੈ, ਕੰਟਰੈਕਟ ਨਹੀਂ ਕਹਿੰਦੇ, ਉਹ ਐਗਰੀਮੈਂਟ ਹੈ ਜਿਹੜੀ ਫਾਰਮਿੰਗ ਦੇ ਜਿਹੜੇ ਹੋਣੇ ਆ, ਉਹਦੀ ਕਹਿੰਦੇ ਤਾਂ ਉਹ ਤਾਕਤਵਰ ਬਣਾਉਣ ਲਈ ਹੈ, ਕਿਸਾਨ ਨੂੰ ਐਮਪਾਵਰਮੈਂਟ ਐਂਡ ਪ੍ਰੋਟੈਕਸ਼ਨ ਲਈ ਕਹਿੰਦੇ ਆ, ਉਹ ਤਾਕਤਵਰ ਅਤੇ ਰਾਖੀ ਲਈ। ਅਤੇ ਉਹਦੇ 'ਚ
ਐਗਰੀਮੈਂਟ ਦੇ ਅੰਦਰ ਦੋ ਧਿਰਾਂ ਹੋਣਗੀਆਂ ਐਗਰੀਮੈਂਟ ਦੇ ਅੰਦਰ, ਕਿਸਾਨ ਤੇ ਸਪਾਂਸਰ ਕਹਿੰਦੇ ਐਗਰੀਮੈਂਟ ਕਰਨ ਵਾਲੇ ਨੂੰ। ਸਪਾਂਸਰ ਤੇ ਕਿਸਾਨ ਦੇ ਦਰਮਿਆਨ ਐਗਰੀਮੈਂਟ ਹੋਊਗਾ ਕਿ ਐਗਰੀਮੈਂਟ ਜਿਹੜਾ ਹੈ ਉਸ ਨੇ ਉਹ ਫਸਲ ਦੇ ਬੀਜਣ ਤੋਂ ਲੈ ਕੇ ਫਸਲ ਦੇ ਵੱਢਣ ਤੱਕ ਉਹਨੇ ਕਿਹੜਾ ਬੀਜ ਪਾਉਣਾ, ਕਿਹੜੀ ਖਾਦ ਪਾਉਣੀ ਹੈ, ਕਿਸ ਤਰ੍ਹਾਂ ਦੀ ਖੇਤੀ ਕਰਨੀ ਹੈ, ਉਹਨੂੰ ਕੌਣ ਸੁਪਰਵਾਈਜ਼ ਕਰੂਗਾ। ਸੁਪਰਵਾਈਜ਼ ਕਰਨ ਵਾਲੇ ਵੀ ਕਾਰਖਾਨੇਦਾਰ ਦੇ ਆਉਣਗੇ। ਅਸੇਅਰ ਜਿਨ੍ਹਾਂ ਨੂੰ ਕਹਿੰਦੇ ਆ, ਉਹ ਅਸੇਅਰ ਹੁੰਦਾ ਕਿਸੇ ਦੀ ਕੁਆਲਿਟੀ ਨੂੰ ਚੈੱਕ ਕਰਨ ਵਾਲਾ, ਕੰਟਰੋਲ ਕਰਨ ਵਾਲਾ। ਉਹ ਅਸੇਅਰ ਉਸ ਦਿਨ ਤੋਂ ਆਉਣੇ ਸ਼ੁਰੂ ਹੋ ਜਾਣੇ ਜਦੋਂ ਕਿਸਾਨ ਨੇ ਖੇਤ ਵਾਹੁਣਾ। ਖੇਤ ਵਾਹੁਣ ਤੋਂ ਬਾਅਦ ਕਿਸ ਤਰ੍ਹਾਂ ਦੀ ਸਕਿਲਡ ਲੇਬਰ ਲਾਉਣੀ ਹੈ, ਕਿਸ ਤਰ੍ਹਾਂ ਦੀ ਪੈਸਟੀਸਾਈਡ ਪਾਉਣੀ ਹੈ, ਕਿਹੜੀ ਖਾਦ ਪਾਉਣੀ ਹੈ, ਕਿਹੜਾ ਬੀਜ ਪਾਉਣਾ ਅਤੇ ਕਿਹੜੀ ਮਸ਼ੀਨਰੀ ਇੱਥੇ ਵਰਤੀ ਜਾਣੀ ਹੈ, ਉਹ ਸਾਰਾ ਕੁਛ ਇੱਕ ਫਾਰਮ ਆਫ ਜਿਹੜੀ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈ ਜਾਂ ਸਰਵਿਸ ਪ੍ਰੋਵਾਈਡਰ ਜਿਹਨੂੰ ਕਹਿੰਦੇ ਆ, ਉਹ ਜਿਹਨੇ ਕਿਸਾਨ ਦੀਆਂ ਖੇਤਾਂ ਦੇ ਅੰਦਰ ਸਰਵਿਸ ਦੇਣੀ ਹੈ, ਉਹਨਾਂ ਨੇ ਆ ਜਾਣਾ ਵਿੱਚ, ਉਹ ਦੇਣਗੇ। ਅਤੇ ਖੇਤੀ ਦੇ ਅੰਦਰ ਪਹਿਲੇ ਬਿੱਲ ਦੇ ਅੰਦਰ 4 ਗੱਲਾਂ ਉਹਨਾਂ ਨੇ ਕਹੀਆਂ ਨੇ ਕਿ ਕਿਸ ਤਰ੍ਹਾਂ ਦਾ ਜਿਹੜਾ ਇੱਕ ਐਗਰੀਮੈਂਟ ਹੋਊਗਾ। ਉਹਦੇ ਅੰਦਰ ਫਸਲ ਦੀ ਕੁਆਲਿਟੀ, ਉਹਦੇ ਅੰਦਰ ਫਸਲ ਦਾ ਗ੍ਰੇਡ, ਉਹਦੇ ਅੰਦਰ ਫਸਲ ਦਾ ਸਟੈਂਡਰਡ। ਅਗਲਾ ਉਹਨਾਂ ਨੇ ਇੱਕ ਨਵਾਂ ਐਡ ਕਰਤਾ ਉਹਦੇ ਅੰਦਰ ਕਿ ਫੀਚਰਸ ਕੀ ਹੋਣਗੇ। ਫੀਚਰ ਹੁੰਦੇ ਆ ਕਿਸੇ ਦੇ ਨੈਨਕਸ। 4 ਚੀਜ਼ਾਂ ਦੇ ਆਧਾਰ 'ਤੇ ਕਿਸਾਨ ਦੀ ਫਸਲ ਉਹਨਾਂ ਨੇ ਚੱਕਣੀ ਹੈ। ਜਦੋਂ ਉਹ 4 ਚੀਜ਼ਾਂ ਦੇ ਆਧਾਰ 'ਤੇ ਚੱਕਣਗੇ ਤਾਂ ਕੁਦਰਤੀ ਤੌਰ 'ਤੇ ਇੱਕ ਕੁਐਸਚਨ ਬੇਸਿਕ ਆ ਜਾਊਗਾ। ਪਹਿਲੀ ਗੱਲ ਤਾਂ ਐਗਰੀਮੈਂਟ ਦੋ ਦਰਮਿਆਨ ਦੀ ਧਿਰਾਂ ਦੇ ਦਰਮਿਆਨ ਹੁੰਦਾ, ਬਰਾਬਰ ਦੀਆਂ ਧਿਰਾਂ ਦਰਮਿਆਨ ਹੁੰਦਾ। ਜਿਹੜੀ ਧਿਰਾਂ ਹੀ ਆਪਸ 'ਚ ਬਰਾਬਰ ਨਹੀਂ, ਇੱਕ ਤਾਂ ਬੈਠਾ 42ਵੀਂ ਮੰਜ਼ਿਲ 'ਤੇ, ਇੱਕ ਪਿਆ ਸੜਕ 'ਤੇ, ਦੋਵਾਂ 'ਚ ਇੱਕ ਐਗਰੀਮੈਂਟ ਹੋਣਾ। ਇਹ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਹਦੀ ਫੇਵਰ 'ਚ ਐਗਰੀਮੈਂਟ ਹੋਣਾ। ਐਗਰੀਮੈਂਟ ਬਰਾਬਰ ਦਿਆਂ 'ਚ ਹੁੰਦਾ ਹੈ। ਕਿਸਾਨ ਦੀ ਕੀਮਤ ਦੀ ਜੇ ਉਹ ਕਹਿ ਵੀ ਦੇਣ ਕਿ ਅਸੀਂ ਇਹ ਕੀਮਤ ਚੱਕ ਲਈ ਹੈ, ਜਿਹੜੀਆਂ 4 ਚੀਜ਼ਾਂ ਉਹਨਾਂ ਨੇ ਰੱਖ ਲਈਆਂ ਵਿੱਚ, ਜਿਹਦੇ ਅੰਦਰ ਸਟੈਂਡਰਡ, ਕੁਆਲਿਟੀ, ਗ੍ਰੇਡ ਅਤੇ ਫੀਚਰਸ, ਉਹਨਾਂ ਦੇ ਆਧਾਰ 'ਤੇ ਉਹ ਕਹਿਣਗੇ ਵੀ ਤੁਹਾਡੀ ਇਹ ਸਟੈਂਡਰਡ ਦੀ ਨਹੀਂ ਹੈ, ਤੁਹਾਡਾ ਇਹ ਗ੍ਰੇਡ ਨਹੀਂ ਇਹਦਾ ਠੀਕ, ਤੁਹਾਡੀ ਇਹਦੀ ਕੁਆਲਿਟੀ ਨਹੀਂ ਠੀਕ ਹੈ, ਅਤੇ ਤੁਹਾਡੇ ਦੇ ਮਤਲਬ ਫਸਲ ਹੈ ਜਿਹੜੀ ਉਹਦੇ ਫੀਚਰਸ ਨਹੀਂ ਠੀਕ ਹੈ। ਉਸ ਆਧਾਰ 'ਤੇ ਉਹ ਕਹਿਣਗੇ ਜੇ ਕੀਮਤ 1800 ਤੈਅ ਦੇਣੀ ਸੀ ਤਾਂ ਅਸੀਂ ਤਾਂ ਤੁਹਾਨੂੰ 1300 ਦੇਵਾਂਗੇ ਇਸ ਕੀਮਤ ਦੇ ਆਧਾਰ 'ਤੇ। ਉਹ ਕਹਿਣਗੇ ਇਸ 'ਚ ਨਵੀਂ ਵੱਧ ਹੈ, ਇਸ 'ਚ ਨਵੀਂ ਘੱਟ ਹੈ, ਯਾਨੀ ਕਿ ਉਹ ਦਾਣਾ ਵੀ ਮਿਣ ਕੇ ਲੈਣਗੇ। ਦਾਣੇ ਦੇ ਪਰਟੀਕੂਲਰ ਉਹਨਾਂ ਨੇ ਜਿਹੜਾ ਫੀਚਰ ਵਰਡ ਯੂਜ਼ ਕੀਤਾ ਨਾ, ਫੀਚਰ ਵਰਡ ਦਾ ਮਤਲਬ ਹੀ ਜਿਹੜੇ ਹੈ ਨਾ, ਇਹ ਹੁੰਦਾ ਹੈ ਉਹਦੇ 'ਚ ਕੁਛ ਵੀ ਕਹਿ ਸਕਦੇ ਆ ਵੀ ਇਹ ਲੰਬਾ ਦਾਣਾ, ਇਹਦਾ ਮਤਲਬ ਜਿਹੜਾ ਰੰਗ ਨਹੀਂ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਚਾਹੀਦਾ ਸੀ, ਇਹਦੇ ਕੰਨ ਨਹੀਂ ਠੀਕ, ਇਹਦਾ ਨੱਕ ਨਹੀਂ ਠੀਕ, ਇਹਦਾ ਮੂੰਹ ਨਹੀਂ ਠੀਕ, ਕੁਛ ਵੀ ਕਹਿ ਸਕਦੇ ਉਸ ਦਾਣੇ ਬਾਰੇ। ਤੁਸੀਂ ਨਵੀਂ ਤਾਂ ਠੀਕ ਕਰ ਲਓਗੇ, ਪਰ ਉਹਨੂੰ ਤਾਂ ਤੁਸੀਂ ਚੇਂਜ ਨਹੀਂ ਨਾ ਕਰ ਸਕਦੇ। ਜਿਹੜਾ ਦਾਣਾ ਪ੍ਰੋਡਿਊਸ ਹੋ ਕੇ ਆ ਗਿਆ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਉਹਨਾਂ ਨੇ ਉਹਦੇ ਅੰਦਰ ਇੱਕ ਐਸੇ ਖਿਲਾ ਰੱਖੇ ਹੈ ਜਿਹੜੇ ਖਿਲਾਵਾਂ ਦੇ ਤਹਿਤ ਉਹ ਕਿਸਾਨ ਨੂੰ ਮਤਲਬ ਉਹ ਕਰ ਸਕਦੇ ਹੈ। ਮਾਰਕੀਟ 'ਚ ਜਿਹੜੇ ਦੇ ਮਤਲਬ ਹੈ ਮਾਰਕੀਟ ਦੇ ਅੰਦਰ ਨਾ ਤਾਂ ਰਹਿਣਾ ਐਫ ਸੀ ਆਈ ਨੇ ਵਿਡਰੋ ਕਰ ਜਾਣਾ। ਪਰਚੇਜ਼ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਐਫ.ਸੀ.ਆਈ ਦੇ ਆਧਾਰ 'ਤੇ ਕਰਦੀਆਂ, ਜਦੋਂ ਐਫ.ਸੀ.ਆਈ ਵਿਡਰਾ ਕਰ ਜੂਗੀ ਤਾਂ ਇਹਦੇ ਅੰਦਰ ਇਹਨਾਂ ਦਾ ਕੋਈ ਮਹਿਨਾ ਨਹੀਂ, ਪਨਸਬ ਦਾ ਕੋਈ ਮਹਿਨਾ ਨਹੀਂ, ਫੂਡ ਐਂਡ ਸਪਲਾਈ ਦਾ ਕੋਈ ਮਹਿਨਾ ਨਹੀਂ, ਪਨਗ੍ਰੇਨ ਦਾ ਕੋਈ ਮਹਿਨਾ ਨਹੀਂ, ਵੇਅਰ ਹਾਊਸਿੰਗ ਦਾ ਕੋਈ ਮਹਿਨਾ ਨਹੀਂ, ਮਾਰਕਫੈਡ ਦਾ ਕੋਈ ਮਹਿਨਾ ਨਹੀਂ ਹੈ। ਇਹ ਸਾਰੀਆਂ ਏਜੰਸੀਆਂ ਗਾਇਬ ਹੋ ਜਾਣੀਆਂ ਮਾਰਕੀਟ 'ਤੇ। ਮੰਡੀ ਦਾ ਜਿਹੜਾ ਏਰੀਆ ਉਹ ਅਦਰਵਾਈਜ਼ ਜਿਹੜਾ ਮੰਡੀ ਐਕਟ ਦੇ ਤਹਿਤ ਏਰੀਆ ਬਣਿਆ, ਉਸ ਏਰੀਆ ਨੇ ਸੁੰਗੜ ਜਾਣਾ ਬਿਲਕੁਲ ਹੀ। ਉਹ ਏਰੀਆ ਸਾਰਾ ਮੰਡੀ ਦਾ ਏਰੀਆ ਕਬਜ਼ਾ ਲੈਣਾ ਵੱਡੇ ਸਰਮਾਏਦਾਰਾਂ ਨੇ। ਮਤਲਬ ਕਿਸਾਨ ਨੂੰ ਕਹਿ ਤਾਂ ਰਹੇ ਆ ਉਹਦੀ ਪ੍ਰੋਟੈਕਸ਼ਨ ਲਈ ਕਰ ਰਿਹਾ। ਇਹ ਹੈ ਇਸ ਤਰ੍ਹਾਂ ਵੀ ਜਿਵੇਂ ਕਿਸੇ ਨੂੰ ਕੋਈ ਕਹਿ ਰਿਹਾ ਹੋਵੇ ਵੀ ਜਿਹੜਾ ਬਘਿਆੜ ਆ ਨਾ ਉਹ ਘਾਟ 'ਤੇ ਆ ਰਿਹਾ, ਕਾਹਦੇ ਲਈ ਆ ਰਿਹਾ? ਉਹ ਬੱਕਰੀ ਨੂੰ ਪਾਣੀ ਪਿਲਾਉਣ ਆ ਰਿਹਾ। ਜਦੋਂ ਬਘਿਆੜ ਬੱਕਰੀ ਨੂੰ ਪਾਣੀ ਪਿਲਾਉਣਾ ਹੋਊਗਾ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਵੀ ਬਣੂਗਾ ਕੀ। ਕਿਸਾਨਾਂ ਦਾ ਉਹਦੇ ਅੰਦਰ ਬਹੁਤ ਵੱਡਾ ਘਾਣ ਹੋਣ ਦੀਆਂ ਸੰਭਾਵਨਾਵਾਂ, ਅਤੇ ਕਿਸਾਨਾਂ ਦਾ ਇੱਕ ਖੇਤੀ ਦਾ ਪੈਟ ਸਿਸਟਮ ਜਿਹੜਾ ਬਣਿਆ ਰਿਹਾ ਉਸ ਨੂੰ ਟੋਟਲ ਨੂੰ ਇਹ ਐਕਟ ਤੋੜਦਾ ਅਤੇ ਤੋੜ ਕੇ ਜਿਹੜਾ ਸਾਰਾ ਕਾਰਪੋਰੇਟ ਵਰਡ ਉਹਦੇ 'ਤੇ ਜਾਂਦਾ ਹੈ। ਉਹਦਾ ਮੰਤਵ ਹੈ ਉਹਨਾਂ ਦੇ ਲਿਆਉਣ ਦਾ, ਕਿਉਂਕਿ ਖੇਤੀ ਦਾ ਬਿਜ਼ਨਸ ਬਹੁਤ ਵੱਡਾ ਹੈ। ਇਹ ਜਦੋਂ ਤੁਸੀਂ ਸਾਰੇ ਕੁੱਲ ਮਿਲਾ ਕੇ ਕਰੋਗੇ ਤਾਂ ਸਾਡਾ 39 ਕਰੋੜ 46 ਲੱਖ ਹੈਕਟੇਅਰ ਏਕੜ ਖੇਤੀ ਦਾ ਰਕਬਾ ਹਿੰਦੁਸਤਾਨ ਦੇ ਅੰਦਰ। ਇਹ ਸਾਰੇ ਸੰਸਾਰ 'ਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਅਮਰੀਕਾ ਦਾ ਸਾਡੇ ਤੋਂ ਵੱਡਾ ਹੈ ਖੇਤੀ ਦਾ ਰਕਬਾ। ਬਾਕੀ ਸਾਰੇ ਸੰਸਾਰ 'ਚ ਸਾਡਾ ਰਕਬਾ ਸਭ ਤੋਂ ਵੱਡਾ ਬਾਕੀ ਸਾਰੇ ਮੁਲਕਾਂ ਨਾਲੋਂ। ਜਦੋਂ ਐਡਾ ਵੱਡਾ ਰਕਬਾ ਅਤੇ ਸਾਡਾ ਖੇਤੀ ਦਾ ਵਪਾਰ ਅਮਰੀਕਾ ਨਾਲੋਂ ਵੀ ਵੱਡਾ ਹੈ। ਖੇਤੀ ਦਾ ਵਪਾਰ ਸਾਡਾ 12 ਲੱਖ ਕਰੋੜ ਦਾ ਹੈ। ਅਮਰੀਕਾ ਕਿ ਸਾਰੇ ਸੰਸਾਰ 'ਚ ਕਿਤੇ ਵੀ ਖੇਤੀ ਦਾ ਵਪਾਰ ਐਡਾ ਵੱਡਾ ਨਹੀਂ ਹੈ ਜਿੱਡਾ ਖੇਤੀ ਦਾ ਵਪਾਰ ਮਤਲਬ ਇੰਡੀਆ ਦਾ, ਭਾਰਤ ਦਾ ਹੈ। ਤਾਂ ਉਹਨਾਂ ਦੀ ਅੱਖ ਹੈ ਸਾਰਿਆਂ ਦੀ ਕਾਰਪੋਰੇਟ ਵਰਡ ਦੀ। ਕਾਰਪੋਰੇਟ ਵਰਡ ਨੇ ਇਸ ਬਿੱਲ ਨੂੰ ਇਸ ਤਰ੍ਹਾਂ ਲੱਗਦਾ ਜੇ ਤੁਸੀਂ ਉਹਨੂੰ ਪੜ੍ਹਦੇ ਹੋ ਬਰੀਕੀ ਨਾਲ ਵੀ ਡਰਾਫਟ ਕਾਰਪੋਰੇਟ ਵਰਡ ਨੇ ਕੀਤਾ, ਡਰਾਫਟ ਕਰਕੇ ਪ੍ਰੈਜ਼ੀਡੈਂਟ ਤੋਂ ਮੋਹਰ ਲਵਾਈ ਅਤੇ ਪਾਰਲੀਮੈਂਟ ਤੋਂ ਮੋਹਰ ਲਵਾਈ ਹੈ। ਉਹ ਸਾਰੇ ਇਹਨਾਂ ਦੇ ਤਾਂ ਐਕਸਪਰਟ ਕਿਤੇ ਨਜ਼ਰ ਨਹੀਂ ਆਉਂਦੇ। ਜੇ ਇਹ ਮੋਹਰ ਪਾਰਲੀਮੈਂਟ ਨੇ ਕਰਨਾ ਹੁੰਦਾ ਤਾਂ ਮਤਲਬ ਬੜੀ ਵੀ ਇੱਕ ਸ਼ਬਦ ਵੀ ਪਾਰਲੀਮੈਂਟ ਉਹਦੇ 'ਚ ਬਦਲ ਨਹੀਂ ਸਕੀ, ਇੰਨੀ ਬੌਨੀ ਹੈ ਸਾਡੀ ਪਾਰਲੀਮੈਂਟ।
ਤੁਸੀਂ ਵਕੀਲ ਹੋ, ਤੁਸੀਂ ਇਹ ਗੱਲ ਵੀ ਹੈ ਨਾ, ਇੱਕ ਡਰਾਫਟ ਦੇ ਵਿੱਚ ਮਤਾ ਇੱਕ, ਜੇਕਰ ਤੁਹਾਡਾ ਡਿਸਪਿਊਟ ਹੋ ਜਾਂਦਾ ਕਿਸਾਨ ਦਾ ਤੇ ਵਪਾਰੀ ਦਾ, ਫਸਲ ਲੈਣ ਵਾਲੇ ਦਾ, ਤਾਂ ਤੁਸੀਂ ਕੋਰਟ ਨਹੀਂ ਜਾ ਸਕਦੇ। ਤੁਸੀਂ ਕੋਰਟ ਨਹੀਂ ਜਾ ਸਕਦੇ, ਤੁਸੀਂ ਐਸਡੀਐਮ ਤੇ ਜਾ ਸਕਦੇ ਹੋ। ਐਸਡੀਐਮ ਆਪਣੇ ਪੱਧਰ ਦੇ ਉੱਤੇ ਇੱਕ ਬੋਡੀ ਬਣਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੂਗਾ। ਜੇਕਰ ਐਸਡੀਐਮ ਦੇ ਪੱਧਰ ਉੱਤੇ ਐਸਡੀਐਮ ਦੀ ਬੋਡੀ ਤੋਂ ਇਹ ਮਸਲਾ ਹੱਲ ਨਹੀਂ ਹੁੰਦਾ, ਤਾਂ ਤੁਹਾਡਾ ਇਹ ਮਸਲਾ ਯਾਨੀ ਕਿ ਕਿਸਾਨ ਦਾ ਇਹ ਮਸਲਾ ਡੀਸੀ ਕੋਲ ਜਾਊਗਾ। ਡੀਸੀ ਇਸ ਮਸਲੇ ਦਾ ਹੱਲ ਕਰੂਗਾ। ਇਹ ਕਾਨੂੰਨੀ ਰਾਹ ਵੀ ਉਹਨਾਂ ਬੰਦ ਕਰਦੇ ਕਿ ਜੇਕਰ ਤੁਹਾਡਾ ਕੋਈ ਡਿਸਪਿਊਟ ਵਿਵਾਦ ਹੋ ਗਿਆ ਤਾਂ ਤੁਸੀਂ ਜਾ ਨਹੀਂ ਸਕਦੇ, ਕੋਰਟ 'ਚ ਨਹੀਂ ਤੁਸੀਂ ਜਾ ਸਕਦੇ। ਉਹਦੇ 'ਚ ਇਹ ਹੈ ਕਿ ਜਦੋਂ ਜੁਡੀਸ਼ੀਅਲ ਜਿਹੜੀ ਕੋਰਟਸ ਨੇ ਨਾ, ਮਤਲਬ ਇਹ ਨਹੀਂ ਕਹਿੰਦਾ ਕਿ ਕੋਰਟਾਂ ਇਨਸਾਫ ਕਰ ਰਹੀਆਂ। ਜੁਡੀਸ਼ੀਅਲ ਜਿਹੜੀਆਂ ਕੋਰਟਸ ਹੈ, ਉਹ ਕੋਰਟਸਾਂ ਨੂੰ ਕੁਛ ਮਤਲਬ ਜਿਹੜੇ ਲੌਜ਼ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਜੱਜਾਂ ਨੂੰ ਫੈਸਲੇ ਕਰਨੇ ਪੈਂਦੇ ਹੈ। ਉਹਦੇ ਅੰਦਰ ਇੱਕ ਪ੍ਰੋਸੀਜਰ ਹੈ ਸੈੱਟ ਫੈਸਲੇ ਕਰਨ ਦਾ। ਇਹ ਜਿਹੜਾ ਐਕਸਪੀਰੀਅੰਸ ਹੈ ਇਹਨਾਂ ਕੋਰਟਾਂ ਦਾ, ਜਿਹੜੀਆਂ ਰੈਵਨਿਊ ਕੋਰਟਸ ਹੈ, ਜਿਹੜੀਆਂ ਇਹ ਦੂਜੀਆਂ ਕੋਰਟਸ ਹੈ, ਜਿਹੜੀਆਂ ਜੁਡੀਸ਼ੀਅਰੀ ਨਹੀਂ, ਜਿਹੜੀਆਂ ਪਾਵਰਾਂ ਐਗਜ਼ੈਕਟਿਵ ਅਥਾਰਟੀਜ਼ ਨੂੰ ਦਿੱਤੀਆਂ ਹੋਈਆਂ, ਐਗਜ਼ੈਕਟਿਵ ਅਥਾਰਟੀ ਨੂੰ ਪਾਵਰਾਂ ਹੋਰਾਂ ਕੇਸਾਂ 'ਚ ਵੀ ਦਿੱਤੀਆਂ ਹੋਈਆਂ, ਉਹਨਾਂ ਦਾ ਪਿਛਲਾ ਐਕਸਪੀਰੀਅੰਸ ਇਹ ਹੈ ਕਿ ਉੱਥੇ ਫੈਸਲੇ ਮੈਰਿਟ 'ਤੇ ਨਹੀਂ ਹੁੰਦੇ। ਉੱਥੇ ਫੈਸਲੇ ਸਖਤੇ ਦੀ ਜਿਹੜੀ ਹੈ 27-20 ਹੁੰਦੀਆਂ। ਉੱਥੇ ਫੈਸਲੇ ਜ਼ਿਆਦਾ ਜਿਹਦਾ ਪ੍ਰੈਸ਼ਰ ਚੜ੍ਹ ਗਿਆ ਉਹਦੇ ਹੋਣੇ ਆ, ਜਾਂ ਫਿਰ ਉੱਥੇ ਪੈਸੇ ਲੈ ਕੇ ਹੁੰਦੇ ਆ ਬਹੁਤੇ ਫੈਸਲੇ। ਹੁਣ ਇਹਦੇ 'ਚ ਕੁਐਸਚਨ ਇਹ ਹੈ ਵੀ ਦੋ ਧਿਰਾਂ ਖੜੀਆਂ ਬਰਾਬਰ ਦੀਆਂ ਨਹੀਂ ਹੈ। ਇੱਕ ਪਾਸੇ ਕਿਸਾਨ ਹੈ, ਦੂਜੇ ਪਾਸੇ ਕਾਰਪੋਰੇਟ ਹੈ। ਹੁਣ ਤੁਸੀਂ ਸਹਿਜ ਅੰਦਾਜ਼ਾ ਲਾ ਸਕਦੇ ਹੋ ਵੀ ਕਾਰਪੋਰੇਟ ਦੇ ਹੱਕ 'ਚ ਫੈਸਲੇ ਹੋਣੇ ਆ। ਇਸ ਤੋਂ ਬਾਅਦ ਜਦੋਂ ਡੀਸੀ ਨੇ ਵੀ ਤੁਹਾਡੀ ਅਪੀਲ ਰਿਜੈਕਟ ਕਰਤੀ, ਤੁਹਾਡੇ ਕੋਲ ਕੋਈ ਰਾਹ ਨਹੀਂ ਹੈ। ਜੁਡੀਸ਼ੀਅਲ ਕੋਰਟਾਂ ਦੀ ਉਹਨਾਂ ਨੇ ਜੁਡੀਕਸ਼ਨ ਜਿਹੜੀ ਹੈ, ਅਧਿਕਾਰ ਖੇਤਰ ਬਾਹਰ ਕਰਤਾ ਕਿ ਤੁਸੀਂ ਸਿਵਲ ਕੋਰਟ ਦੇ ਅੰਦਰ ਇਹਦੇ 'ਤੇ ਜਾ ਹੀ ਨਹੀਂ ਸਕਦੇ। ਜੇ ਕਿਸਾਨ ਨੂੰ ਫਰਜ਼ ਕਰੋ, ਐਸਡੀਐਮ ਦੇ ਖਿਲਾਫ ਸ਼ਿਕਾਇਤ ਹੈ, ਡੀਸੀ ਦੇ ਖਿਲਾਫ ਸ਼ਿਕਾਇਤ ਹੈ ਕਿ ਉਹਨੇ ਮੇਰਾ ਫੈਸਲਾ ਠੀਕ ਨਹੀਂ ਕੀਤਾ, ਉਹਦੇ ਕੋਲ ਕੋਈ ਰਾਹ ਨਹੀਂ ਹੈ। ਜੁਡੀਸ਼ੀਅਰੀ ਦਾ ਜਾਣ ਦਾ ਰਾਹ ਜਿਹੜਾ ਹੈ, ਜਿਹੜੇ ਸਿਵਲ ਕੋਰਟਸ ਹੈ ਉਹਨਾਂ ਦਾ ਰਾਹ ਬੰਦ ਕਰ ਦਿੱਤਾ ਗਿਆ। ਉਹਨਾਂ ਨੇ ਮਤਲਬ ਇੱਕ ਐਸਾ ਸਕੰਜਾ ਉਹਦੇ ਦੁਆਲੇ ਕੱਸਿਆ ਵੀ ਸਾਰੀਆਂ ਜਿਹੜੀਆਂ ਪਾਵਰਸ ਹੈ ਉਹਨਾਂ ਨੂੰ ਦੇ ਕੇ ਕਿਸਾਨ ਨੂੰ, ਜਿਹੜੇ ਕਿਸਾਨ ਕੋਲ ਰੈਮਡੀਜ਼ ਹੈ, ਜਿਹੜੇ ਉਹਦੇ ਕੋਲ ਮਤਲਬ ਰਸਤੇ ਹੈ, ਉਹ ਰਸਤੇ ਸਾਰੇ ਬੰਦ ਕਰ ਦਿਓ। ਆਹੀ ਸੀ। ਜੇਕਰ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰੀ ਜਾਵੇ, ਮੰਨ ਲਓ ਜੇਕਰ ਇੱਕ ਵੀ ਤੁਸੀਂ ਉਦਾਹਰਨ ਦੇ ਤੌਰ 'ਤੇ ਮੰਨ ਲਓ, ਜੇਕਰ ਆੜ੍ਹਤੀ ਦੇ ਕਿਸਾਨ ਦੇ ਵਿਚਕਾਰ ਕੋਈ ਵਿਵਾਦ ਪੈਦਾ ਹੋ ਜਾਂਦਾ ਤਾਂ ਕਿਸਾਨ ਕੋਰਟ ਚਲਾ ਜਾਂਦਾ ਸੀ, ਉੱਥੋਂ ਕਿਤੇ ਨਾ ਕਿਤੇ ਉਹਨੂੰ ਰਾਹਤ ਮਿਲ ਜਾਂਦੀ ਸੀ। ਹੁਣ ਕਰਤਾ ਕਿ ਤੁਸੀਂ ਯਾਰ ਕੋਰਟ ਨਹੀਂ ਜਾ ਸਕਦੇ, ਤੁਸੀਂ ਐਸਡੀਐਮ ਦੇ ਸ਼ਿਕਾਇਤ ਕਰੋ। ਐਸਡੀਐਮ ਦਾ ਇੱਕ ਮਹੀਨੇ ਦੇ ਵਿੱਚ ਐਸਡੀਐਮ ਦਾ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਡੀਸੀ ਕੋਲ ਜਾ ਕੇ ਆਪਣੀ ਸ਼ਿਕਾਇਤ ਦਿਓ, ਡੀਸੀ ਤੁਹਾਡਾ ਹੱਲ ਕਰ ਦੂਗਾ। ਇੱਕ ਪਾਸੇ ਤਾਂ ਅੰਬਾਨੀ ਹੈ, ਇੱਕ ਪਾਸੇ ਅਡਾਨੀ ਹੈ। ਉਹ ਅਡਾਨੀ ਅੰਬਾਨੀ ਜਿਨ੍ਹਾਂ ਦੇ, ਚਲੋ ਆਪਾਂ ਜੇਕਰ ਗੱਲ ਕਰੀਏ ਤਾਂ 2-2 4-4 ਮੁੱਖ ਮੰਤਰੀ ਟਾਈਮ ਮੰਗਦੇ ਨੇ ਵੀ ਸਾਡੇ ਨਾਲ ਯਾਰ ਗੱਲ ਕਰ ਲਓ, ਪਰ ਉਹਨਾਂ ਮੁੱਖ ਮੰਤਰੀਆਂ ਦੇ ਪ੍ਰਸ਼ਾਸਨ ਅੱਗੇ ਐਸਡੀਐਮ ਜਾਂ ਡੀਸੀ, ਤਾਂ ਫਿਰ ਕੀ ਜਦੋਂ ਹੈ ਨਾ ਇੱਕ ਪਾਸੇ ਕਿਸਾਨ ਹੋਊਗਾ, ਇੱਕ ਪਾਸੇ ਅੰਬਾਨੀ ਹੋਊਗਾ, ਫਿਰ ਡੀਸੀ ਨੇ ਫੈਸਲਾ ਕਿਹਦੇ ਹੱਕ 'ਚ ਦੇਣਾ, ਕਿਸਾਨ ਦੇ ਹੱਕ 'ਚ ਜਾਂ ਫਿਰ ਆਪਣਾ ਅੰਬਾਨੀ ਦੇ ਹੱਕ 'ਚ? ਇਹ ਗੱਲਾਂ ਕਿਸਾਨਾਂ ਨੂੰ ਤੰਗ ਕਰਦੀਆਂ ਨੇ। ਇਹ ਮੈਂ ਪਹਿਲਾਂ ਕਹਿ ਕੇ ਹਟਿਆ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ ਆਲਰੇਡੀ, ਕਿ ਜਿਹੜਾ ਫੈਸਲੇ ਹੈ, ਜਿਹੜੀ ਕੋਰਟਾਂ ਇਸ ਤਰ੍ਹਾਂ ਦੀਆਂ ਕੋਰਟਾਂ, ਜਿਹੜੀ ਐਗਜ਼ੈਕਟਿਵ ਦੀ ਕੋਰਟਾਂ ਜਿਹੜੀਆਂ ਮਤਲਬ ਇਹ ਅਥਾਰਟੀਜ਼ ਹੈ, ਜਿਹੜੀਆਂ ਇਹਨਾਂ ਅਦਾਲਤਾਂ ਤੋਂ ਬਾਹਰ ਹੈ, ਜਿਨ੍ਹਾਂ ਨੂੰ ਅਦਾਲਤਾਂ ਦੇ ਪਾਵਰ ਦਿੱਤੀ ਹੋਈ ਹੈ ਕਿੰਨੇ ਕੇਸਾਂ 'ਚ ਫੈਸਲੇ ਕਰਨ ਦੀ, ਜਦੋਂ ਇਹ ਫੈਸਲੇ ਕਰਦੇ ਆ ਤਾਂ ਕੁਦਰਤੀ ਤੌਰ 'ਤੇ ਫੈਸਲੇ ਉਹਨਾਂ ਲੋਕਾਂ ਦੇ ਹੋਣੇ, ਹੱਕ 'ਚ ਹੋਣੇ ਜਿਹੜੇ ਤਾਕਤਵਰ ਹੈ। ਇੱਥੇ ਤਾਂ ਬਹੁਤ ਵੱਡੀ ਤਾਕਤ ਹੈ ਉਹਨਾਂ ਕੋਲ, ਕਿਤੇ ਛੋਟੀ ਤਾਕਤ ਨਹੀਂ ਹੈ ਜਿਨ੍ਹਾਂ ਦੇ ਹੱਕ 'ਚ ਫੈਸਲੇ ਹੋਣੇ ਆ। ਤੁਸੀਂ ਸਰਕਾਰਾਂ ਦੇ ਇਹਨਾਂ ਰਵੱਈਆਂ ਨੂੰ ਕਿਵੇਂ ਦੇਖਦੇ ਹੋ? 26 ਨਵੰਬਰ ਨੂੰ ਸੰਵਿਧਾਨ ਦਿਵਸ ਸੀ ਅਤੇ ਸੰਵਿਧਾਨ ਆਗਿਆ ਦਿੰਦਾ ਕਿ ਦੇਸ਼ ਵਾਸੀ ਸੰਘਰਸ਼ ਕਰ ਰਹੇ ਨੇ, ਪ੍ਰੋਟੈਸਟ ਕਰ ਸਕਦੇ ਨੇ। ਹਰਿਆਣਾ ਦੀ ਸਰਕਾਰ ਨੇ ਟੋਏ ਪੁੱਟ ਤੇ, ਉਹ ਨੈਸ਼ਨਲ ਹਾਈਵੇ 20 ਫੁੱਟ ਉਹਨਾਂ ਨੇ ਟੋਏ ਪੁੱਟ ਤੇ। ਕੀ ਸਰਕਾਰਾਂ ਕੋਲ ਅਧਿਕਾਰ ਸੀ? ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਵੇ ਇਹ ਮਸਲਾ, ਹਾਈ ਕੋਰਟ ਵੀ ਚਲਾ ਗਿਆ ਆਪਣਾ ਹਰਿਆਣਾ ਸਰਕਾਰ ਦੇ ਵਿਰੁੱਧ ਕਿ ਉਹਨਾਂ ਨੂੰ ਕੀ ਅਧਿਕਾਰ ਸੀ ਉਹ ਸੜਕਾਂ ਪੁੱਟ ਦੇਣ। ਦੇਖੋ ਇਹਦੇ ਦੋ ਕੁਐਸਚਨ ਹੈ ਇਹਦੇ 'ਚ। ਇੱਕ ਤਾਂ ਹੈ ਕਿ ਅਸੀਂ ਇੱਕ ਐਸੇ ਕੰਟਰੀ ਦੇ ਅੰਦਰ ਰਹਿ ਰਹੇ ਹਾਂ ਜਿਹੜਾ ਡੈਮੋਕ੍ਰੇਟਿਕ ਹੈ। ਡੈਮੋਕ੍ਰੇਸੀ ਦੇ ਅੰਦਰ ਤੁਹਾਡੇ ਕੁਛ ਰਾਈਟਸ ਹੈ, ਫੰਡਾਮੈਂਟਲ ਰਾਈਟਸ ਹੈ, ਦੂਜੇ ਰਾਈਟ ਹੈ, ਸਿਵਲ ਰਾਈਟਸ ਹੈ। ਤੁਹਾਡੇ ਕੋਲ ਰਾਈਟ ਟੂ ਡੈਮੋਨਸਟ੍ਰੇਟ ਹੈ, ਆਪਣੀ ਆਵਾਜ਼ ਨੂੰ ਗੱਲ ਕਹਿਣ ਦਾ, ਕਿਤੇ ਜਾ ਕੇ ਕਹਿਣ ਦਾ, ਜਿੱਥੇ ਵੀ ਤੁਸੀਂ ਕਹਿ ਸਕਦੇ ਹੋ, ਅਤੇ ਉਸ ਗੱਲ ਨੂੰ ਜਾ ਕੇ ਤੁਸੀਂ ਇਕੱਠ ਕਰਕੇ ਕਹਿਣ ਦਾ, ਲੋਕਾਂ ਨੂੰ ਨਾਲ ਲੈ ਕੇ ਕਹਿਣ ਦਾ, ਉਹ ਸਾਰੇ ਉਹਨਾਂ ਦੇ ਰਾਈਟ ਹੈ। ਪਹਿਲੀ ਗੱਲ ਤਾਂ ਇਹ ਉਹਨਾਂ ਦੇ ਰਾਈਟ 'ਤੇ ਇੱਕ ਬਹੁਤ ਵੱਡਾ ਅਟੈਕ ਹੈ ਜਦੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਜਾ ਨਹੀਂ ਸਕਦੇ ਕਿਸੇ ਦਿੱਲੀ 'ਤੇ। ਦਿੱਲੀ ਜਾਣਾ, ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਦਿੱਲੀ ਜਾਣ ਤੋਂ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਉਹ ਦਿੱਲੀ ਜਾ ਸਕਦਾ ਹੈ, ਡੈਮੋਨਸਟ੍ਰੇਟ ਕਰਨ ਵੀ ਜਾ ਸਕਦਾ ਹੈ, ਮਤਲਬ ਮੁਜ਼ਾਹਰਾ ਕਰਨ, ਜਲੂਸ ਲੈ ਕੇ, ਰੈਲੀ ਲੈ ਕੇ। ਜਦੋਂ ਸਰਕਾਰ
ਮਾਮਲਾ ਦਿੱਲੀ ਦੇ ਖਿਲਾਫ ਹੈ। ਇੱਕ ਸਟੇਟ ਦੀ ਜਿਹੜੀ ਸਰਕਾਰ ਹੈ, ਸਟੇਟ ਦੀ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਕੋਈ ਰਾਈਟ ਨਹੀਂ ਹੈ ਕਿ ਉਹ ਉਹਨਾਂ ਨੂੰ ਜਾ ਕੇ ਇੱਕ ਸੜਕ 'ਤੇ ਬੈਰੀਕੇਡ ਲਾਵੇ। ਮਤਲਬ ਕਿਹਨੇ ਉਹਨੂੰ ਆਰਡਰ ਕੀਤਾ? ਬੇਸਿਕ ਕੁਐਸਚਨ ਹੈ ਵੀ ਕਿ ਉਹਨੂੰ ਸੈਂਟਰ ਦੀ ਸਰਕਾਰ ਨੇ ਕਿਹਾ ਵੀ ਤੂੰ ਇਸ ਤਰ੍ਹਾਂ ਦਾ ਆਰਡਰ ਲਾ ਲੇ? ਕੀ ਕੋਈ ਹਰਿਆਣਾ ਸਰਕਾਰ ਇਹ ਦੱਸੇ ਕਿ ਉਹਨਾਂ ਨੇ ਕਿਸਾਨਾਂ ਨੂੰ ਰੋਕਣ ਦੀ ਆਪ ਕੋਸ਼ਿਸ਼ ਕੀਤੀ ਜਾਂ ਸੈਂਟਰ ਦੀ ਸਰਕਾਰ ਨੇ ਕਿਹਾ ਵੀ ਤੁਸੀਂ ਕਿਸਾਨ ਵੜਨ ਨਹੀਂ ਦੇਣੇ ਹਰਿਆਣਾ 'ਚ? ਜੇ ਸੈਂਟਰ ਦੀ ਸਰਕਾਰ ਨੇ ਕਿਹਾ ਹੈ, ਕਿਉਂਕਿ ਇਹ ਫੈਸਲੇ ਜ਼ਬਾਨੀ ਨਹੀਂ ਹੁੰਦੇ, ਵੀ ਉਹਦੇ ਕੋਲ ਕੋਈ ਐਸਾ ਸੈਂਟਰ ਦੀ ਸਰਕਾਰ ਦਾ ਆਰਡਰ ਹੈ ਕਿ ਇੱਥੇ ਦਿੱਲੀ ਦੇ ਅੰਦਰ ਇਸ ਤਰ੍ਹਾਂ ਦਾ ਖਤਰਾ ਪੈਦਾ ਹੋ ਜਾਊਗਾ, ਤੁਸੀਂ ਉਹਨਾਂ ਨੂੰ ਪਿੱਛੇ ਰੋਕ ਲਓ। ਉਹਨਾਂ ਨੂੰ ਹਰਿਆਣੇ ਦੇ ਬਾਰਡਰ 'ਤੇ ਰੋਕਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ, ਕਿਸੇ ਸਟੇਟ ਦੀ ਪਾਵਰ ਨੂੰ ਨਹੀਂ ਹੈ, ਕਿਸੇ ਵੀ ਉਸ ਨੂੰ, ਕਿਉਂਕਿ ਜਿਹੜੀ ਹਾਈਵੇ ਬਣਾਈ ਹੈ ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ ਸੈਂਟਰ ਦੀ ਹੈ। ਇਸ 'ਤੇ ਕੋਈ ਵੀ ਜੇ ਇਹਦੇ ਅੰਦਰ ਕੋਈ ਮਤਲਬ ਉਹ ਲਾਉਣਾ, ਵਾਧਾ ਲਾਉਣਾ, ਇਸ ਨੂੰ ਡਿਵੈਲਪ ਕਰਨਾ, ਇਸ ਨੂੰ ਤੋੜ ਕੇ ਦੁਬਾਰਾ ਬਣਾਉਣਾ, ਇਹ ਅਧਿਕਾਰ ਸੈਂਟਰ ਕੋਲੇ ਹੈ। ਸਟੇਟ ਦੀ ਮਤਲਬ ਗਵਰਨਮੈਂਟ ਨੇ ਕਿਹੜੀ ਆਧਾਰ 'ਤੇ ਉਹਦੇ ਅੰਦਰ ਅਥਾਰਟੀ ਦੇ ਅੰਦਰ ਇਸ ਨੂੰ ਸੜਕਾਂ ਨੂੰ ਤੋੜ ਲਿਆ, ਵਿੱਚ ਖੱਡੇ ਪਾਤੇ, ਵਿੱਚ ਬਹੁਤ ਵੱਡੇ ਵੱਡੇ ਪੱਥਰ ਰੱਖਤੇ, ਜਿਹੜਾ ਲੋਕਾਂ ਨੂੰ ਸਾਰੀ ਆਵਾਜਾਈ ਜਿਹੜੀ ਦਿੱਲੀ ਦੀ ਉਹਨਾਂ ਨੇ ਬਲੌਕ ਕਰਤੀ। ਇਹ ਟੋਟਲੀ ਇਲੀਗਲ ਹੈ। ਕੋਈ ਕਾਨੂੰਨ ਇਹਦੇ 'ਚ ਪਰਮਿਟ ਨਹੀਂ ਕਰਦਾ ਕਿ ਕਿਸੇ ਵੀ ਕਾਨੂੰਨ ਨੂੰ। ਅਤੇ ਇਹ ਖੱਟੜ ਦਾ ਜਿਹੜਾ ਫੈਸਲਾ, ਇੱਕ ਜਿਵੇਂ ਹੁੰਦਾ ਨਾ ਕੋਈ ਨਿਰਕੁੰਸ ਬੰਦਾ ਕਰਦਾ ਜਾਂ ਜਮਾਂ ਹੀ ਅਣਜਾਣ ਬੰਦਾ ਕਰਦਾ ਜਿਹਨੂੰ ਪਤਾ ਹੀ ਨਾ ਹੋਵੇ ਲਾ ਦਾ, ਇਸ ਤਰ੍ਹਾਂ ਦਾ ਫੈਸਲਾ ਹੈ। ਦੇਖੋ, ਇੱਕ ਪਾਸੇ ਤਾਂ ਕਿਸਾਨ ਸੰਘਰਸ਼ ਕਰ ਰਹੇ ਨੇ, ਸ਼ਾਂਤਮਈ ਪ੍ਰੋਟੈਸਟ ਹੈ ਉਹ, ਦੂਜੇ ਪਾਸੇ ਦੋਸ਼ੀ ਇਹਦੇ 'ਚ ਕੌਣ ਬਣਦਾ? ਸਿੱਧੇ ਤੌਰ 'ਤੇ ਹਰਿਆਣਾ ਸਰਕਾਰ। ਉਹ ਸਰਕਾਰਾਂ, ਚਾਹੇ ਕੇਂਦਰ ਦੀ ਸਰਕਾਰ ਹੈ, ਜਿਨ੍ਹਾਂ ਸਰਕਾਰਾਂ ਨੇ ਉਹ ਸੜਕਾਂ 'ਚ ਟੋਏ ਫੁੱਟੇ, 15 ਤੋਂ ਲੈ ਕੇ 20 ਫੁੱਟ ਦੇ ਵਿਚਕਾਰ ਟੋਏ ਫੁੱਟੇ। ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਨੇ, ਅਤੇ ਪਬਲਿਕ ਜੋ ਪ੍ਰਾਪਰਟੀ ਹੈ ਇਹਨੂੰ ਨੁਕਸਾਨ ਕਿਹਨੇ ਪਹੁੰਚਾਇਆ? ਸਰਕਾਰ ਨੇ। ਫਿਰ ਜਿਹੜੀ ਇਹ ਸਰਕਾਰ ਆ, ਇੱਕ ਜ਼ਬਰਦਸਤੀ ਲੋਕਤੰਤਰ ਦੇ ਵਿੱਚ ਕਿ ਸਾਨੂੰ ਯਾਰ ਕੋਈ ਫਰਕ ਨਹੀਂ ਪੈਂਦਾ, ਸਾਨੂੰ ਕੋਰਟਾਂ ਦੀ ਪਰਵਾਹ ਨਹੀਂ, ਸਾਨੂੰ ਕਿਸੇ ਦੀ ਪਰਵਾਹ ਨਹੀਂ, ਜੋ ਹੁੰਦਾ ਕਰ ਲਓ। ਇਹਦੇ 'ਚ ਜਿਹੜਾ ਪ੍ਰੋਸੀਕਿਊਟ ਮੁਕੱਦਮੇ 'ਚ ਕਰਨੇ ਬਣਦੇ ਆ ਨਾ, ਮੁਕੱਦਮੇ ਹਰਿਆਣਾ ਦੀ ਸਰਕਾਰ ਦੇ, ਖੱਟੜ ਸਰਕਾਰ ਦੇ ਖਿਲਾਫ ਕਰਨੇ ਬਣਦੇ ਆ। ਮੁਕੱਦਮੇ ਕਿਸਾਨਾਂ ਦੇ ਖਿਲਾਫ ਨਹੀਂ ਕਰਨੇ ਬਣਦੇ। ਉਹ ਦੋਸ਼ੀ ਨਹੀਂ ਹੈ, ਉਹ ਕ੍ਰਿਮੀਨਲ ਹੈ। ਉਹਨੇ ਜਿਹੜਾ ਹੈ ਇੱਕ ਅਪਰਾਧੀ ਵਾਲਾ ਕੰਮ ਕੀਤਾ। ਇਹ ਨੈਸ਼ਨਲ ਹਾਈਵੇ ਨੂੰ ਤੋੜਨਾ, ਇਹ ਉਹਦੇ ਐਕਟ ਦੇ ਅੰਦਰ ਹੀ ਪਾਇਆ ਵਾ ਕਿ ਉਹ ਜਿਹੜਾ ਹੈ ਤੋੜਨ ਲਈ ਉਹਦੇ ਲਈ ਸਜ਼ਾਵਾਂ ਵੀ ਮਿੱਥੀਆਂ ਹੋਈਆਂ ਉਹਨਾਂ ਨੇ, ਵੀ ਉਹਨੂੰ 1 ਸਾਲ ਦੀ ਸਜ਼ਾ, ਇੰਨਾ ਜਿਹੜਾ ਜੁਰਮਾਨਾ ਕੀਤਾ ਜਾ ਸਕਦਾ। ਖੱਟੜ ਸਾਹਿਬ ਨੂੰ ਇਸ ਗੱਲ ਦੇ ਲਈ ਕੁਦਰਤੀ ਤੌਰ 'ਤੇ ਕੋਰਟਾਂ ਨੂੰ ਵੀ ਸਿਓ ਮੋਟੋ ਨੋਟਿਸ ਵੀ ਕੋਰਟਾਂ ਲੈ ਸਕਦੀਆਂ, ਕਰਨਾ ਚਾਹੀਦਾ ਹੈ। ਰਿਟਾਂ ਦਾ ਕੁਦਰਤੀ ਤੌਰ 'ਤੇ ਜਿਹੜੇ ਇਸ ਫਟਰਨਿਟੀ ਦੇ ਲੋਕ ਹੈ ਉਹ ਪਾਉਣਗੇ, ਲੋਕ ਵੀ ਪਾਉਣਗੇ ਜਿਹੜਾ ਗਲਤ ਕੀਤਾ ਹੈ। ਪਰ ਇਹ ਗਲਤ ਹੋਇਆ, ਟੋਟਲ ਗਲਤ ਹੋਇਆ। ਤਾਂ ਅਪਰਾਧੀ ਕੰਮ ਕੀਤਾ ਉਹਨਾਂ ਨੇ, ਕਾਨੂੰਨ ਦੀ ਉਲੰਘਣਾ ਕੀਤੀ ਹੈ, ਕਾਨੂੰਨ ਤੋੜਿਆ। ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਦਾ ਅਗਲਾ ਹੁਣ ਰੁਖ ਕੀ ਰਹਿ ਸਕਦਾ? ਦੇਖੋ, ਬੀਜੇਪੀ ਦਾ ਜਿਹੜਾ ਓਵਰਆਲ ਰੁਖ ਰਿਹਾ ਹੈ, ਜੇ ਤੁਸੀਂ ਉਹਦੀ ਓਵਰਆਲ ਅਸੈਸਮੈਂਟ ਕਰਦੇ ਹੋ, ਓਵਰਆਲ ਰੁਖ ਬੀਜੇਪੀ ਦਾ ਅਥੋਰਿਟੇਰੀਅਨ ਰਿਹਾ। ਉਹ ਸਟੈਪ ਬਾਈ ਸਟੈਪ ਜਿਹੜਾ ਇੱਕ ਰਾਜ ਹੁੰਦਾ ਨਾ, ਡਿਕਟੇਟਰਸ਼ਿਪ ਵਾਲਾ, ਜਿਹੜਾ ਲੋਕਾਂ ਦੀ ਗੱਲ ਨਹੀਂ ਸੁਣਨੀ, ਜਿਹੜੀ ਉਹਨਾਂ ਦੇ ਮਨ ਆ ਗਈ ਕਰਨੀ, ਅਤੇ ਜਿਹੜੀ ਕਰਨੀ ਹੈ ਉਸ 'ਤੇ ਫਿਰ ਕਹਿ ਰਹਿਣਾ ਵੀ ਅਸੀਂ ਮੁੜਨਾ ਨਹੀਂ ਹੈ, ਉਹ ਇੱਕ ਰਿਹਾ ਲਗਾਤਾਰ। ਉਹਨਾਂ ਲਈ ਇੱਕ ਬੈਸਟ ਸਮਾਂ ਸੀ ਜਿਹੜਾ ਉਹਨਾਂ ਨੇ ਦੇਖਿਆ ਵੀ ਕਰੋਨਾ ਦੇ ਦੌਰਾਨ, ਕਿਉਂਕਿ ਉਹਨਾਂ ਨੇ ਵੱਡੇ ਫੈਸਲੇ ਲੈ ਲਏ, ਵੱਡੇ ਫੈਸਲਿਆਂ ਦੀ ਰੈਜ਼ਿਸਟੈਂਸ ਨਹੀਂ ਹੋਈ। ਅਨਫਾਰਚੂਨੇਟਲੀ ਅਪੋਜੀਸ਼ਨ ਜਿਹੜੀ ਹੈ ਉਸ ਤਰ੍ਹਾਂ ਦਾ ਰੋਲ ਅਦਾ ਨਹੀਂ ਕਰ ਰਹੀ ਹੈ ਹਿੰਦੁਸਤਾਨ ਦੇ ਅੰਦਰ। ਜਦ ਅਪੋਜੀਸ਼ਨ ਬੌਨੀ ਹੋ ਗਈ ਹੈ, ਜਿਸ ਤਰ੍ਹਾਂ ਦਾ ਰੋਲ ਉਹਨਾਂ ਨੂੰ ਕਰਨਾ ਚਾਹੀਦਾ ਸੀ, ਉਹਨਾਂ ਨੂੰ ਬੰਨ੍ਹ ਮਾਰਨ ਦੇ ਲਈ। ਉਹਨਾਂ ਨੂੰ ਲੱਗਿਆ ਕਿ ਇਹ ਵੀ ਅਸੀਂ ਇਸ ਕਰੋਨਾ ਦੇ ਫੈਸਲੇ ਅੰਦਰ ਕਰ ਜਾਵਾਂਗੇ। ਪਾਰਲੀਮੈਂਟ 'ਚ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਤੋਂ ਆਰਡੀਨੈਂਸ ਕਰਾਇਆ, ਉਹਨਾਂ ਦੇ ਸਾਹਮਣੇ ਇੱਕ ਮੁੱਦਾ ਸੀ ਵੀ ਆਰਡੀਨੈਂਸ ਕਰਾ ਕੇ ਬਿੱਲ ਬਣਾ ਲਾਂਗੇ ਅਸੀਂ, ਇਸ ਨੂੰ ਬਣਾ ਵੀ ਲਿਆ ਉਹਨਾਂ ਨੇ। ਬਿੱਲ ਪੇਸ਼ ਕਰਕੇ ਮੁੜ ਕੇ ਐਕਟ ਬਣਾ ਲਿਆ ਵੀ ਕੋਈ ਨਹੀਂ, ਰੌਲੇ ਰੱਪੇ 'ਚ ਜਿੱਥੇ ਪਹਿਲਾਂ ਲੰਘੇ ਹੈ ਇਹਨੇ ਵੀ ਲੰਘ ਜਾਣਾ। ਉਸ ਨੂੰ ਇਹ ਉਮੀਦ ਨਹੀਂ ਸੀ ਸਰਕਾਰ ਨੂੰ, ਸੈਂਟਰ ਦੀ ਨੂੰ, ਕਿ ਇਹਦੇ 'ਤੇ ਐਡੀ ਵੱਡੀ ਰੈਜ਼ਿਸਟੈਂਸ ਹੋਊਗੀ, ਇਸ ਵੱਡੇ ਪੈਮਾਨੇ 'ਤੇ ਕਿਸਾਨ ਉੱਠ ਪਊਗਾ। ਕਿਸਾਨ ਇਹ ਪਹਿਲਾਂ ਪੰਜਾਬ ਦੇ ਕਿਸਾਨ ਨੇ ਸਾਰੇ ਹਿੰਦੁਸਤਾਨ ਦੇ ਕਿਸਾਨ ਨੂੰ ਇੱਕ ਰਾਹ ਦਿਖਾਇਆ, ਅਲਾਰਮ ਦਿੱਤਾ ਵੀ ਇਹ ਕਿ ਬਹੁਤ ਚੰਗੀ ਗੱਲ ਇਹ ਹੈ ਵੀ ਪੰਜਾਬ ਦੇ ਕਿਸਾਨ ਨੇ ਇਸ ਬਿੱਲਾਂ ਨੂੰ ਛੇਤੀ ਸਮਝ ਲਿਆ। ਛੇਤੀ ਸਮਝ ਕੇ ਉਹਨਾਂ ਨੇ ਇਕੱਲਾ ਸਮਝਿਆ ਨਹੀਂ ਹੈ, ਉਹ ਮਤਲਬ ਮੈਦਾਨ 'ਚ ਆ ਗਏ। ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਇਸ ਤਰ੍ਹਾਂ ਦਾ ਅਟੈਕ ਹੈ, ਜਿਸ ਅਟੈਕ ਨਾਲ ਸਾਡੇ ਕੋਲ ਜ਼ਮੀਨਾਂ ਨਹੀਂ ਬਚਣੀਆਂ। ਅਸੀਂ ਆਪਣੀ ਜ਼ਮੀਨ ਦੇ ਅੰਦਰ ਜਿਸ ਜ਼ਮੀਨ ਦੀ ਮਾਲਕੀ ਸਾਡੀ ਰਹਿ ਵੀ ਗਈ, ਤਾਂ ਵੀ ਅਸੀਂ ਆਪਣੀ ਜ਼ਮੀਨ ਦੇ ਅੰਦਰ ਇੱਕ ਮੁਜ਼ਾਹਰੇ ਦੇ ਤੌਰ 'ਤੇ ਕੰਮ ਕਰਾਂਗੇ। ਸਾਨੂੰ ਡਿਕਟੇਟ ਹੋਰ ਕਰ ਰਿਹਾ ਹੋਊਗਾ ਉਹ ਸਾਰੀਆਂ ਟਰਮਜ਼ ਕਿ ਕਿਸ ਤਰ੍ਹਾਂ ਤੁਸੀਂ ਖੇਤੀ ਕਰਨੀ ਹੈ। ਫਿਰ ਇਹ ਮੂਵਮੈਂਟ ਬਣ ਗਈ ਸਾਰੇ ਹਿੰਦੁਸਤਾਨ ਦੇ ਅੰਦਰ। ਹਰਿਆਣੇ ਵਾਲਾ ਕਿਸਾਨ ਆ ਗਿਆ, ਰਾਜਸਥਾਨ ਵਾਲਾ ਆਇਆ, ਉੱਤਰਾਖੰਡ ਵਾਲਾ ਆਇਆ, ਯੂਪੀ ਵਾਲਾ ਵੀ ਤੁਰ ਪਿਆ, ਮੱਧ ਪ੍ਰਦੇਸ਼ ਵਾਲਾ ਆਇਆ। ਸਾਰੇ ਹੌਲੀ ਹੌਲੀ ਇਹ ਟੋਟਲ ਹਿੰਦੁਸਤਾਨ ਦੀ ਮੂਵਮੈਂਟ ਬਣ ਰਹੀ ਹੈ। ਕਿਸਾਨ ਇੱਕ ਬਹੁਤ ਵੱਡੀ ਫੋਰਸ ਹੈ। ਕਿਸਾਨ ਜੇ ਤੁਸੀਂ ਕੁੱਲ ਲਾਓਗੇ ਤਾਂ ਇਸ ਵੇਲੇ ਹਿੰਦੁਸਤਾਨ ਦੀ ਆਬਾਦੀ ਦਾ 70% ਕਿਸਾਨ ਹੈ। ਜਦੋਂ ਕੋਈ ਐਡੀ ਵੱਡੀ ਫੋਰਸ ਨਾਲ ਪੰਗਾ ਲਊਗਾ, ਜਾਂ ਤਾਂ ਕੋਈ ਪਾਗਲ ਲਊਗਾ ਜਾਂ ਜਿਹਦਾ ਸਿਰ ਫਿਰਿਆ ਲਊਗਾ, ਠੀਕ ਹੈ। ਉਹਨਾਂ ਨੂੰ ਜਿਹੜੀ ਸਰਕਾਰ ਨੂੰ ਇਸ ਗੱਲ ਦੀ ਉਮੀਦ ਨਹੀਂ ਸੀ
ਕਿ ਅਸੀਂ ਇਹ ਐਡਾ ਵੱਡਾ ਵਿਰੋਧ ਸਾਡਾ ਪੈਦਾ ਹੋ ਜਾਊਗਾ ਇਹਦੇ ਖਿਲਾਫ। ਸਰਕਾਰ ਨੂੰ ਪਹਿਲਾਂ ਸੀ ਕਿ ਅਸੀਂ ਬੈਰੀਕੇਡ ਲਾ ਕੇ ਰੋਕ ਲਾਂਗੇ, ਦਿੱਲੀ 'ਚ ਤਾਂ ਆਉਣ ਹੀ ਨਹੀਂ ਦੇਵਾਂਗੇ। ਉਹਨਾਂ ਨੇ ਸਾਰੇ ਬੈਰੀਕੇਡ ਤੋੜ ਕੇ, ਹਾਂ ਕੋਸ਼ਿਸ਼ ਨਹੀਂ, ਉਹਨਾਂ ਨੇ ਜ਼ੋਰ ਲਾਇਆ, ਪੂਰਾ ਜ਼ੋਰ ਲਾਇਆ ਉਹਨਾਂ ਨੇ। ਅਤੇ ਉਸ ਤੋਂ ਬਾਅਦ ਦਿੱਲੀ ਪਹੁੰਚ ਗਏ। ਦਿੱਲੀ ਪਹੁੰਚ ਕੇ ਵੀ ਉਹ ਬੈਠ ਗਏ ਉੱਥੇ। ਫਿਰ ਦਿੱਲੀ ਦੇ ਸ਼ਰਤਾਂ ਲਾਗੇ ਲਾਉਣ ਕਿ ਤਾਂ ਜੇ ਤੁਸੀਂ ਉੱਧਰ ਚਲੇ ਜਾਓ ਉਸ ਮੈਦਾਨ ਦੇ ਅੰਦਰ, ਹਾਂ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਕਿਸਾਨਾਂ ਨੇ ਉਹ ਸ਼ਰਤ ਵੀ ਤੋੜਤੀ। ਇਸ ਲੜਾਈ 'ਚ ਕਿਸਾਨ ਜਿਹੜੇ ਹੈ ਜੇਤੂ ਹੋ ਕੇ ਨਿਕਲਣਗੇ। ਮੈਂ ਇਸ ਤਰ੍ਹਾਂ ਦੇਖ ਰਿਹਾ ਇਸ ਨੂੰ ਕਿ ਇਹ ਵੱਡੀ ਅੱਜ ਤੱਕ ਦੀ ਜਿਹੜੀ ਇੰਡੀਪੈਂਡੈਂਸ ਤੋਂ ਬਾਅਦ ਕਿਸਾਨਾਂ ਦੀ ਸਭ ਤੋਂ ਵੱਡੀ ਮੂਵਮੈਂਟ ਹੈ। ਕਿਸਾਨਾਂ ਦੀ ਇਸ ਤੋਂ ਵੱਡੀ ਮੂਵਮੈਂਟ ਕਦੇ ਵੀ ਨਹੀਂ ਹੋਈ ਹੈ। ਅਤੇ ਕਿਸਾਨ ਬੜੇ ਡਿਟਰਮੀਨੇਸ਼ਨ ਨਾਲ ਤੁਰੇ ਹੈ। ਇੱਕ ਤਾਂ ਹੁੰਦਾ ਨਾ ਵੀ ਉਹ ਮਤਲਬ ਇਸ ਲਈ ਤੁਰ ਪਏ ਵੀ ਚਲੋ ਅਸੀਂ ਡੈਮੋਨਸਟ੍ਰੇਟ ਕਰਕੇ ਆ ਜਾਵਾਂਗੇ। ਉਹ ਇਸ ਮਨ ਬਣਾ ਕੇ ਤੁਰੇ ਹੈ ਕਿ ਅਸੀਂ ਉੱਥੇ ਉਦੋਂ ਤੱਕ ਬੈਠੇ ਰਹਾਂਗੇ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ। ਅਤੇ ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਵੀ ਇਹ ਅਲਟੀਮੇਟਲੀ ਸਰਕਾਰ ਨੂੰ ਗੋਡੇ ਟੇਕਣੇ ਪੈਣੇ ਅਤੇ ਬਿੱਲ ਇਹ ਵਾਪਸ ਹੋਣਗੇ ਅਤੇ ਕਿਸਾਨ ਜੇਤੂ ਹੋ ਕੇ ਇਹਦੇ 'ਚ ਨਿਕਲਣਗੇ। ਧੰਨਵਾਦ ਵਕੀਲ ਸਾਹਿਬ। ਧੰਨਵਾਦ ਜੀ ਤੁਹਾਡਾ। ਇਹ ਸਨ ਸਾਡੇ ਨਾਲ ਐਡਵੋਕੇਟ ਜੋਗਿੰਦਰ ਸਿੰਘ, ਜਿਨ੍ਹਾਂ ਨੇ ਤੁਹਾਨੂੰ ਬੜੇ ਬਰੀਕੀ ਦੇ ਵਿੱਚ ਦੱਸਿਆ ਕਿ ਇਹਨਾਂ ਜਿਹੜੇ ਕਾਨੂੰਨਾਂ ਨੇ, ਖੇਤੀ ਕਾਨੂੰਨ ਲੈ ਕੇ ਆਈਏ ਬੀਜੇਪੀ ਹਕੂਮਤ, ਕੇਂਦਰ ਦੀ ਉਹ ਹਕੂਮਤ ਜਿਹਨੇ ਧੱਕੇ ਨਾਲ ਥੋਪੇ ਨੇ ਕਿਸਾਨਾਂ ਉੱਤੇ, ਜੇਕਰ ਇਹ ਲਾਗੂ ਹੋ ਜਾਂਦੇ ਨੇ ਇਹਨਾਂ ਦੇ ਨਫੇ ਕੀ ਨੇ, ਇਹਨਾਂ ਦੇ ਨੁਕਸਾਨ ਕੀ ਨੇ, ਹੋਰ ਕੀ ਅਪਡੇਟ ਹੁੰਦੀ ਹੈ ਕਿਸਾਨਾਂ ਦੇ ਮਸਲੇ ਦੇ ਵਿੱਚ। ਕਿਸਾਨ ਦਿੱਲੀ ਡਟੇ ਹੋਏ ਨੇ, ਉਹ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਕੈਮਰਾਮੈਨ ਜਸਪ੍ਰੀਤ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ।